ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਵੀਰਾਂ ਭੈਣਾਂ ਨੂੰ ਜੀ ਆਇਆਂ ਨੂੰ ਆਖਦੇ ਹੋਇਆ ਵੀਰ ਹਰਜੀਤ ਸਿੰਘ ਜੀ ਨੂੰ ਜੀ ਆਇਆਂ ਨੂੰ ਆਖਦੇ ਹਾਂ। ਪਿਛਲੇ ਕੁਝ ਹਫ਼ਤਿਆਂ ਤੋਂ ਅਰਦਾਸ ਦੀ ਸ਼ਬਦਾਵਲੀ ਦੀ ਵਿਆਖਿਆ ਕਰਦੇ ਆ ਰਹੇ ਹਨ। ਅੱਜ ਦੀ ਕਲਾਸ ਦੇ ਵਿੱਚ ਸਿੱਖਾਂ ਨੂੰ ਜੋ ਰਹਿਤ ਦਾਨ ਦੀ ਮੰਗ ਕੀਤੀ ਜਾਂਦੀ ਹੈ ਅਰਦਾਸ ਵਿੱਚ, ਉਸ ਵਿਸ਼ੇ ਦੇ ਬਾਰੇ ਆਪ ਜੀ ਆਪਣੇ ਨਾਲ ਵਿਚਾਰ ਸਾਂਝੇ ਕਰਨਗੇ। ਸੋ ਉਹਨਾਂ ਨੂੰ ਬੇਨਤੀ ਹੈ ਕਿ ਅੱਜ ਦੀ ਵਿਚਾਰ ਆਰੰਭ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਨਯੋਗ ਗੁਰੂ ਸਵਾਰਿਓ, ਪਿਛਲੇ ਕਾਫੀ ਹਫ਼ਤਿਆਂ ਤੋਂ ਅਸੀਂ ਅਰਦਾਸ ਦੀ ਸ਼ਬਦਾਵਲੀ ਦੀ ਵਿਚਾਰ ਕਰ ਰਹੇ ਹਾਂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਇੰਨੇ ਦਾਨ ਮੰਗੇ ਗਏ ਹਨ ਅਰਦਾਸ ਦੇ ਵਿੱਚ, ਜਿਨ੍ਹਾਂ ਦੇ ਵਿੱਚੋਂ ਸਿੱਖੀ ਦਾਨ ਦੀ ਗੱਲ, ਕੇਸ ਦਾਨ ਦੀ ਗੱਲ ਅਸੀਂ ਪਿਛਲੀਆਂ ਵਿਚਾਰਾਂ ਵਿੱਚ ਕਰ ਚੁੱਕੇ ਹਾਂ। ਅੱਜ ਰਹਿਤ ਦਾਨ ਦਾ ਕੀ ਮਤਲਬ ਹੈ, ਰਹਿਤ ਦਾਨ ਦਾ ਕੀ ਭਾਵ ਹੈ, ਇਹਦੇ ਬਾਰੇ ਕੁਝ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਾਂਗਾ। ਆਮ ਸ਼ਬਦਾਵਲੀ ਦੇ ਵਿੱਚ ਜ਼ਿੰਦਗੀ ਜਿਉਣ ਦੇ ਚੱਜ ਆਚਾਰ ਨੂੰ ਰਹਿਤ ਕਿਹਾ ਜਾਂਦਾ ਹੈ। ਇੱਕ ਡਿਸਿਪਲਿਨ ਹੈ, ਇੱਕ ਅਨੁਸ਼ਾਸਨ ਹੈ, ਜੋ ਦੁਨਿਆਵੀ ਕਾਮਨਾਵਾਂ ਤੇ ਕਾਬੂ ਕਰਦਾ ਹੈ, ਜ਼ਿੰਦਗੀ ਨੂੰ ਉੱਚੇ ਆਦਰਸ਼ਾਂ ਵੱਲ ਪ੍ਰੇਰਦਾ ਹੈ, ਮਨ ਨੂੰ ਸੁੱਚੇ ਗਿਆਨ ਨਾਲ ਰੋਸ਼ਨੀ ਤੇ ਬਖਸ਼ਦਾ ਹੈ, ਚਾਨਣ ਬਖਸ਼ਦਾ ਹੈ, ਔਰ ਜੀਵਨ ਨੂੰ ਇੱਕ ਅਰਥ ਭਰਪੂਰ ਜੀਵਨ ਬਣਾਉਂਦਾ ਹੈ। ਜੀਵਨ ਦਾ ਆਦਰਸ਼ ਕੀ ਹੈ, ਇਹ ਗੱਲ ਸਮਝਣ ਲਈ ਰਹਿਤ ਦਾ ਸ਼ਬਦ ਬੜਾ ਇੰਪੋਰਟੈਂਟ ਸ਼ਬਦ ਹੈ। ਰਹਿਤ ਦੇ ਸ਼ਬਦ ਵਿੱਚ ਬਹੁਤ ਕੁਝ ਸਮਾਇਆ ਹੋਇਆ ਹੈ। ਛੋਟੀ ਜਿਹੀ ਸ਼ਬਦਾਵਲੀ ਦੇ ਵਿੱਚ ਜੇ ਅਸੀਂ ਪੜ੍ਹਦੇ ਹਾਂ ਜਾਂ ਦੇਖਦੇ ਹਾਂ ਤਾਂ ਗੁਰਬਾਣੀ ਦੇ ਵਿੱਚ ਵੀ ਰਹਿਤ ਲਫ਼ਜ਼ ਨੂੰ ਕਈ ਵਾਰੀ ਇਸਤੇਮਾਲ ਕੀਤਾ ਗਿਆ ਹੈ। ਭਗਤ ਕਬੀਰ ਜੀ ਗੋੜੀ ਰਾਗ ਵਿੱਚ ਆਪ ਤੇਜ ਥਾਏ ਪ੍ਰਿਥਵੀ ਆਕਾਸ਼ਾ, ਐਸੀ ਰਹਿਤ ਰਹੋ ਹਰ ਪਾਸਾ, ਉੱਥੇ ਵੀ ਰਹਿਤ ਲਫ਼ਜ਼ ਕੀਤਾ ਗਿਆ। ਫਿਰ ਸੁਖਮਣੀ ਵਿੱਚ ਵੀ ਸਭ ਕਿਛ ਜਾਣੇ ਆਤਮ ਕੀ ਰਹਿਤ ਦੀ ਗੱਲ ਕੀਤੀ ਗਈ। ਫਿਰ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ ਵੀ ਇਹ ਰਹਿਤ ਦੀ ਗੱਲ ਕੀਤੀ ਗਈ। ਆਤਮ ਕੀ ਰਹਿਤ ਜਿਹੜੀ ਹੈ, ਇਹਦੀ ਵੀ ਵਿਆਖਿਆ ਬਹੁਤ ਗੁਰਬਾਣੀ ਵਿੱਚ ਕੀਤੀ ਗਈ ਹੈ। ਹੁਣ ਸਵਾਲ ਇਹ ਹੈ, ਜਦੋਂ ਅਸੀਂ ਰਹਿਤ ਦਾਨ ਦੀ ਗੱਲ ਕਰਦੇ ਹਾਂ ਅਰਦਾਸ ਦੇ ਵਿੱਚ, ਸਾਡੀ ਜ਼ੁਬਾਨ ਤੇ ਜਦੋਂ ਇਹ ਸ਼ਬਦ ਆਉਂਦਾ ਹੈ ਤਾਂ ਅਚਾਨਕ ਸਾਡਾ ਧਿਆਨ ਇੱਕ ਅੰਮ੍ਰਿਤਧਾਰੀ ਗੁਰਸਿੱਖ ਦੇ ਜੀਵਨ ਵੱਲ ਚਲਾ ਜਾਂਦਾ। ਉਹ ਰਹਿਤਾਂ ਵੱਲ ਚਲਾ ਜਾਂਦਾ ਹੈ ਜਿਹੜੀਆਂ ਰਹਿਤਾਂ ਇੱਕ ਗੁਰਸਿੱਖ ਦੇ ਜੀਵਨ ਵਿੱਚ ਹੋਣੀਆਂ ਚਾਹੀਦੀਆਂ ਹਨ, ਜਾਂ ਜਿਹੜੀਆਂ ਰਹਿਤਾਂ ਇੱਕ ਅੰਮ੍ਰਿਤਧਾਰੀ ਗੁਰਸਿੱਖ ਨੇ ਧਾਰਨ ਕੀਤੀਆਂ ਹੋਈਆਂ ਹਨ। ਜੇ ਰਹਿਤ ਦੇ ਅਸਲੀ ਲਫ਼ਜ਼ੀ ਅਰਥ ਕਰਦੇ ਹਾਂ, ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ
ਕਿ ਇਹ ਹੈ ਜੀਵਨ ਜੀਣ ਦਾ ਢੰਗ, ਜ਼ਿੰਦਗੀ ਜੀਣ ਦਾ ਇੱਕ ਤਰੀਕਾ। ਰਹਿਤ ਦੇ ਅਰਥ ਵੀ ਜੇ ਦੂਜੇ ਲਫ਼ਜ਼ਾਂ 'ਚ ਅਸੀਂ ਕਰਨੇ ਹੋਣ ਤਾਂ ਇਵੇਂ ਕਰਾਂਗੇ ਕਿ ਆਪਣੀ ਜ਼ਿੰਦਗੀ ਨੂੰ ਹੁਕਮ ਵਿੱਚ ਢਾਲ ਕੇ ਜੋ ਗੁਰੂ ਨੇ ਕਿਰਪਾ ਕਰਕੇ ਮਾਰਗ ਦਰਸਾਇਆ ਹੈ, ਉਸ ਮਾਰਗ ਦੇ ਉੱਤੇ ਸ਼ਬਦ ਨੂੰ ਕਮਾ ਕੇ, ਸ਼ਬਦ ਦੀ ਕਮਾਈ ਕਰਕੇ ਜ਼ਿੰਦਗੀ ਨੂੰ ਬਤੀਤ ਕਰਨਾ, ਅਸਲ ਵਿੱਚ ਇਹ ਰਹਿਤ ਹੈ। ਇਹਨੂੰ ਰਹਿਤ ਕਿਹਾ ਜਾਂਦਾ ਹੈ। ਰਹਿਤ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਰਹਿਤ ਹੈ ਅੰਤਰਮੁਖੀ, ਤੇ ਦੂਜੀ ਰਹਿਤ ਹੈ ਬਾਹਰਮੁਖੀ। ਇੱਕ ਅੰਦਰ ਦੀ ਰਹਿਤ, ਇੱਕ ਬਾਹਰ ਦੀ ਰਹਿਤ। ਪਰਮੇਸ਼ਰ ਦੀ ਬੇਅੰਤਤਾ ਬਹੁਤ ਹੈ, ਉਸ ਕਰਤਾਰ ਦੀ ਬਹੁਤ ਬੇਅੰਤਤਾ ਹੈ। ਜੋ ਕੁਝ ਵੀ ਉਹਨੇ ਸਿਰਜਿਆ, ਜੋ ਕੁਝ ਵੀ ਉਹਨੇ ਬਣਾਇਆ, ਉਹ ਇੱਕ ਮਰਿਆਦਾ ਦੇ ਵਿੱਚ ਬਣਾਇਆ, ਕਿਸੇ ਨਿਯਮ ਵਿੱਚ ਬਣਾਇਆ, ਕਿਸੇ ਕਾਨੂੰਨ ਵਿੱਚ ਬੰਨਿਆ। ਜਿਹੜੀ ਚੀਜ਼ ਆਪਣੀ ਮਰਿਆਦਾ ਤੋਂ, ਆਪਣੇ ਨਿਯਮਾਂ ਦੀ, ਆਪਣੇ ਕਾਨੂੰਨ ਦੀ ਉਲੰਘਣਾ ਕਰ ਦਿੰਦੀ ਹੈ ਜਾਂ ਉਖੜ ਜਾਂਦੀ ਹੈ, ਜਾਂ ਜਿਹੜੀ ਚੀਜ਼ ਸਿਧਾਂਤ ਤੋਂ ਥਿੜਕ ਜਾਂਦੀ ਹੈ, ਉਹ ਚੀਜ਼ ਜ਼ਿਆਦਾ ਦੇਰ ਤੱਕ ਟਿਕ ਨਹੀਂ ਸਕਦੀ, ਸੰਸਾਰ ਵਿੱਚ ਰਹਿ ਨਹੀਂ ਸਕਦੀ, ਭਾਵੇਂ ਉਹ ਕੋਈ ਵਸਤੂ ਹੋਵੇ ਤੇ ਭਾਵੇਂ ਕੋਈ ਹੋਰ ਹੋਵੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਮਨੁੱਖ ਇਹ ਕਹਿੰਦਾ ਹੈ ਕਿ ਮਰਿਆਦਾ ਦੀ ਕੀ ਲੋੜ ਹੈ, ਮਰਿਆਦਾ ਕੀ ਹੋਣੀ ਚਾਹੀਦੀ ਹੈ, ਇਹਦੀ ਲੋੜ ਕੀ ਹੈ, ਇੱਕ ਬੰਧਨ ਹੈ, ਗੁਰੂ ਸਾਹਿਬ ਕਹਿੰਦੇ ਨੇ, ਗੁਰੂ ਨਾਨਕ ਪਾਤਸ਼ਾਹ ਸੱਚ ਜਾਣਿਓ, ਜੇ ਇਹ ਬੰਧਨ ਨਾ ਹੋਣ, ਜੇ ਇਹ ਰਹਿਤ ਨਾ ਹੋਵੇ, ਤਾਂ ਜਿਸ ਧਰਤੀ ਦੇ ਤੂੰ ਰਹਿੰਦਾ ਹੈ, ਅਸਲ ਇਹ ਸੱਚ ਹੈ ਕਿ ਇਸ ਧਰਤੀ ਦੇ ਉੱਤੇ ਕਦੀ ਜੀਵਨ ਹੀ ਨਾ ਹੁੰਦਾ, ਜੇ ਰੱਬ ਨੇ ਕੋਈ ਮਰਿਆਦਾ ਨਾ ਬਣਾਈ ਹੋਈ ਹੁੰਦੀ। ਹੁਣ ਸਵਾਲ ਉੱਠਦਾ ਹੈ ਕਿਉਂ? ਇੱਕ ਸਵਾਲ ਪੈਦਾ ਹੁੰਦਾ। ਫਿਰ ਉੱਥੇ ਅਸੀਂ ਸਤਿਗੁਰੂ ਦਾ ਬਚਨ ਪੜ੍ਹਦੇ ਹਾਂ। ਇੱਕ ਹਿੰਦੁਸਤਾਨ ਦੀ ਮਿੱਥ ਸੀ ਕਿ ਧਰਤੀ ਨੂੰ ਬਲਦ ਨੇ ਚੁੱਕਿਆ ਹੋਇਆ ਹੈ ਆਪਣੇ ਸਿੰਘਾਂ ਦੇ ਉੱਤੇ, ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਇਹ ਰੱਬ ਦੀ ਬਣਾਈ ਹੋਈ ਇੱਕ ਮਰਿਆਦਾ ਹੈ, ਸੰਤੋਖ ਦੀ ਮਰਿਆਦਾ ਹੈ। ਜਿਸ ਮਰਿਆਦਾ ਦੇ ਵਿੱਚ ਬੱਝ ਕੇ ਇਹ ਧਰਤੀ ਜਿਹੜੀ ਚੱਲ ਰਹੀ ਹੈ, ਇਹ ਧਰਤੀ ਜਿਹੜੀ ਹੈ ਚੱਲ ਰਹੀ ਹੈ, ਇਹ ਇੱਕ ਐਸੀ ਮਰਿਆਦਾ ਹੈ ਜਿਹੜੀ ਮਰਿਆਦਾ ਵਿੱਚ ਸਾਰੇ ਅਸੀਂ ਬੱਝੇ ਹੋਏ ਹਾਂ। ਗੁਰੂ ਸਾਹਿਬ ਨੇ ਧੌਲ ਧਰਮ ਦਿਆ ਕਾ ਪੂਤ, ਇਹ ਬਚਨ ਸਾਨੂੰ ਕੀਤੇ ਤੇ ਨਾਲ ਕਿਹਾ ਸੰਤੋਖ ਆਪ ਰੱਖਿਆ ਜਸੂਤ। ਉਹਨੇ ਇੱਕ ਮਰਿਆਦਾ ਬਣਾਈ ਤੇ ਸਤਿਗੁਰੂ ਕਹਿਣ ਲੱਗੇ, ਇੱਕ ਸੰਜਮ ਦੇ ਸੂਤਰ ਵਿੱਚ ਉਹਨੇ ਆਪਣੀ ਮਰਿਆਦਾ ਨੂੰ ਇਸ ਤਰ੍ਹਾਂ ਘੁੱਟ ਕੇ ਬੰਨ੍ਹ ਕੇ ਰੱਖਿਆ ਹੈ। ਮਰਿਆਦਾ ਤੋਂ ਬਾਹਰ ਵਿੱਚ ਇਹ ਧਰਤੀ ਵੀ ਨਹੀਂ ਹੈ। ਇਸ ਧਰਤੀ ਦੀ ਜਦੋਂ ਗੱਲ ਕੀਤੀ ਤਾਂ ਗੁਰੂ ਸਾਹਿਬ ਫਿਰ ਕਹਿਣ ਲੱਗੇ, ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ, ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭੁਆਈਐ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੇ ਤਾਂ ਹੋਮੇ ਕਹੇ ਨਾ ਕੋਈ। ਜਦੋਂ ਮਰਿਆਦਾ ਤੋਂ ਬੰਦਾ ਥਿੜਕ ਜਾਂਦਾ ਹੈ ਤਾਂ ਉਹਦੇ ਪੱਲੇ ਕੇਵਲ ਭਟਕਣੇ ਹੀ ਪੈਂਦੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਗੱਲ ਸਮਝਾ ਦਿੱਤੀ ਕਿ ਸੰਜਮ ਵਿੱਚ ਰਹਿਣਾ ਹੀ ਜ਼ਿੰਦਗੀ ਹੈ, ਮਰਿਆਦਾ ਵਿੱਚ ਰਹਿਣਾ ਹੀ ਜ਼ਿੰਦਗੀ ਹੈ। ਬੇਤਰਤੀਬਾ ਜੀਵਨ ਕਦੀ ਵੀ ਪਰਵਾਨ ਨਹੀਂ ਹੋ ਸਕਦਾ। ਜਿਵੇਂ ਸੰਸਾਰ ਵਿੱਚ ਅਣਘੜੀ ਹੋਈ ਕੋਈ ਚੀਜ਼ ਪਰਵਾਨ ਨਹੀਂ ਹੁੰਦੀ, ਇਸੇ ਤਰ੍ਹਾਂ ਬੇਤਰਤੀਬਾ ਜੀਵਨ ਵੀ ਪਰਮਾਤਮਾ ਦੇ ਘਰ 'ਚ ਪਰਵਾਨ ਨਹੀਂ ਹੁੰਦਾ। ਜੀਵਨ ਨੂੰ ਕਿ ਤਰਤੀਬ ਵਿੱਚ ਲਿਆਉਣਾ, ਇਹੋ ਹੀ ਇੱਕ ਮਰਿਆਦਾ ਹੈ, ਇੱਕ ਰਹਿਤ ਹੈ। ਇਹਨੂੰ ਅਸੀਂ ਰਹਿਤ ਕਹਿੰਦੇ ਹਾਂ, ਇਹਨੂੰ ਅਸੀਂ ਮਰਿਆਦਾ ਕਹਿੰਦੇ ਹਾਂ। ਇਸ ਗੱਲ ਨੂੰ ਹੀ ਅਸੀਂ ਰਹਿਤ ਦਾਨ ਦੀ ਗੱਲ ਵੀ ਕਰਦੇ ਹਾਂ। ਜਦੋਂ ਅਸੀਂ ਫਿਰ ਸਾਡੇ ਅੱਗੇ ਇੱਕ ਸਵਾਲ ਖੜੇ ਹੁੰਦੇ ਨੇ
ਵੀ ਮਰਿਆਦਾ ਅਸੀਂ ਧਾਰਨ ਕਿਉਂ ਕਰਨੀ ਹੈ, ਇਹ ਰਹਿਤ ਕਿਉਂ ਧਾਰਨ ਕਰਨੀ ਹੈ, ਬਾਹਰ ਦੀ ਰਹਿਤ ਕਿਉਂ ਧਾਰਨ ਕਰਨੀ ਹੈ, ਅੰਦਰ ਦੀ ਰਹਿਤ ਕਿਉਂ ਹੋਣੀ ਚਾਹੀਦੀ ਹੈ। ਗੁਰੂ ਪਾਤਸ਼ਾਹ ਜਾਂ ਗੁਰਬਾਣੀ ਜੋ ਸਾਨੂੰ ਕਹਿੰਦੀ ਹੈ, ਉਹ ਗੱਲ ਸਮਝਾਉਂਦੀ ਹੈ, ਉਹ ਸਿੱਖਾ ਇਹ ਭਜਨ, ਇਹ ਬੰਦਗੀ, ਇਹ ਸਿਮਰਨ, ਇਹ ਜਿਹੜੀ ਦਾਤ ਹੈ, ਇਹ ਅੰਦਰ ਦੀ ਰਹਿਤ ਨੂੰ ਪਰਪੱਕ ਕਰਨ ਲਈ ਹੈ। ਤੇ ਗੁਰਬਾਣੀ ਪੜ੍ਹਨੀ, ਸਮਝਣੀ, ਵਿਚਾਰਨੀ, ਵੀ ਤੇਰਾ ਅੰਦਰ ਦਾ ਕਿਤੇ ਖਿਆਲ ਖਿੰਡੇ ਨਾ, ਅੰਦਰ ਦੀ ਸੋਚ ਨਾ ਖਿੰਡੇ। ਇਹਦਾ ਮਕਸਦ ਕੀ ਹੈ? ਜੋ ਅਸੀਂ ਪੜ੍ਹਦੇ ਹਾਂ, ਜੋ ਵਿਚਾਰਦੇ ਹਾਂ, ਜੋ ਗੱਲਾਂ ਕਰਦੇ ਹਾਂ, ਇਹ ਮਰਿਆਦਾ ਹੈ। ਇਸ ਮਰਿਆਦਾ ਵਿੱਚ ਹੀ ਗੁਰੂ ਨੇ ਸਾਨੂੰ ਨਿਤਨੇਮ ਦੀ ਦਾਤ ਦਿੱਤੀ ਹੈ। ਇਸੇ ਕਰਕੇ ਦਿੱਤੀ ਹੈ ਕਿ ਤੇਰੇ ਨਿਤ ਦੇ ਨੇਮ ਵਿੱਚੋਂ ਕਦੀ ਇਹ ਮਰਿਆਦਾ ਨਾ ਉਖੜੇ, ਤਦ ਕਿ ਤੇਰੇ ਅੰਦਰ ਦੇ ਜਿਹੜਾ ਵਿਚਾਰਧਾਰਾ ਹੈ ਉਹ ਕਦੀ ਖਿੰਡ ਨਾ ਜਾਵੇ, ਕਦੀ ਵਿਚਾਰਧਾਰਾ ਇਧਰ ਉਧਰ ਨਾ ਚਲੀ ਜਾਵੇ, ਤੇਰਾ ਅੰਦਰ ਟਿਕਾ ਵਿੱਚ ਰਹੇ, ਗੁਰੂ ਚਰਨਾਂ ਵਿੱਚ ਟਿਕਿਆ ਰਹੇ। ਗੁਰਸਿੱਖ ਦੀ ਰਹਿਤ ਨੂੰ ਗੁਰੂ ਪਾਤਸ਼ਾਹ ਜੀ ਨੇ ਬਾਣੀ ਵਿੱਚ ਲਿਖਿਆ ਹੈ। ਬਾਣੀ ਵਿੱਚ ਬਾਰ-ਬਾਰ ਗੁਰੂ ਪਾਤਸ਼ਾਹ ਜੀ ਨੇ ਇਹ ਗੱਲ ਸਾਨੂੰ ਜ਼ਿਕਰ ਕੀਤੀ ਹੈ, ਔਰ ਬਾਣੀ ਦੇ ਵਿੱਚ ਵੀ ਉਸ ਗੱਲ ਨੂੰ ਇਹ ਲਿਖਿਆ, ਗੱਲ ਸਾਨੂੰ ਗੱਲ ਸਮਝਾਈ ਹੈ ਕਿ ਉਹ ਕੀ ਰਹਿਤ ਹੈ, ਕਿਹੜੀ ਰਹਿਤ ਹੋਣੀ ਚਾਹੀਦੀ ਹੈ। ਗੱਲ ਬੜੀ ਸਪਸ਼ਟ ਹੈ ਕਿ ਅਸੀਂ ਜਦੋਂ ਗੱਲ ਕਰਦੇ ਹਾਂ, ਜੇ ਅਸੀਂ ਸੰਸਾਰ ਵੱਲ ਝਾਤ ਮਾਰਦੇ ਹਾਂ, ਇਹ ਸੰਸਾਰ ਮੇਰੇ ਮਾਲਕ ਦਾ ਲਾਇਆ ਹੋਇਆ ਇੱਕ ਬਾਗ ਹੈ, ਬਗੀਚਾ ਹੈ। ਇਸ ਬਗੀਚੇ ਦਾ ਮਾਲੀ ਉਹ ਆਪ ਹੈ, ਸਭ ਦੀ ਸਾਰ ਲੈ ਰਿਹਾ, ਸਭ ਵੱਲ ਦੇਖ ਰਿਹਾ ਹੈ। ਜੋ ਜੀਵ ਇੱਥੇ ਅਸ਼ਰਧਾ ਦਾ ਜਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਸ਼ਿਕਾਰ ਹੋਏ ਪਏ ਹਨ, ਉਹਨਾਂ ਨੂੰ ਬਚਾਉਣ ਦਾ ਉਪਾਅ ਵੀ ਉਸਨੇ ਆਪ ਕੀਤਾ ਹੋਇਆ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਬਚਨ ਕਰਦੇ ਹਨ, ਇਹ ਜਗ ਬਾੜੀ ਮੇਰਾ ਪ੍ਰਭ ਮਾਲੀ, ਸਦਾ ਸੰਭਾਲੇ ਕੋ ਨਹੀਂ ਖਾਲੀ। ਜਿਹੀ ਵਾਸ਼ਨਾ ਪਾਏ ਤੇਹੀ ਵਰਤੈ, ਵਾਸੂ ਵਾਸ ਜਨਾਵਨਿਆ। ਮਨਮੁਖ ਰੋਗੀ ਹੈ ਸੰਸਾਰਾ, ਸੁਖ ਦਾਤਾ ਵਿਸਰਿਆ ਅਗਮ ਅਪਾਰਾ। ਦੁਖੀਏ ਨਿਤ ਫਿਰੇ ਬਿਲ ਲਾਂਦੇ, ਬਿਨ ਗੁਰ ਸ਼ਾਂਤ ਨਾ ਪਾਵਨਿਆ। ਇਹ ਭਜਨ ਮਹਾਰਾਜ ਦਾ ਮਾਝ ਰਾਗ ਦੇ ਵਿੱਚ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ 118 ਤੇ ਇਹ ਭਜਨ ਸ਼ੋਭਤ ਹੈ। ਇਹ ਗੱਲ ਠੀਕ ਹੈ, ਸੁਖ ਦਾਤੇ ਪ੍ਰਭੂ ਤੋਂ ਖੁੰਝ ਕੇ ਵਿਲਕਦੇ ਹੋਏ ਦੁੱਖਾਂ ਲਈ ਜਾਂ ਵਿਲਕਦੇ ਹੋਏ ਦੁਖੀ ਜੀਵਾਂ ਲਈ ਉਸ ਦਾਤੇ ਨੇ ਆਪਣਾ ਮਹਿਰਮ ਸਤਿਗੁਰੂ ਇਸ ਸੰਸਾਰ ਤੇ ਘੱਲਿਆ, ਗੁਰੂ ਨਾਨਕ ਦੇਵ ਦੇ ਰੂਪ ਵਿੱਚ, ਗੁਰੂ ਨਾਨਕ ਪਾਤਸ਼ਾਹ ਦੇ ਰੂਪ ਵਿੱਚ। ਗੁਰੂ ਨਾਨਕ ਦੇਵ ਮਹਾਰਾਜ ਨੇ ਜੀਵਾਂ ਦੇ ਭਲੇ ਦੀ ਇੱਕ ਐਸੀ ਬੰਤਨ ਬਣਾਈ, ਐਸੀ ਮਰਿਆਦਾ ਬਣਾਈ, ਐਸੀ ਰਹਿਤ ਬਣਾਈ ਕਿ ਉਹ ਸੁਖ, ਸ਼ਾਂਤੀ ਤੇ ਸਹਿਜ ਵਾਲਾ ਜੀਵਨ ਬਤੀਤ ਕਰ ਸਕਣ। ਉਹ ਮਰਿਆਦਾ ਨੂੰ ਸਮਝਣ ਲਈ ਸਤਿਗੁਰੂ ਦਾ ਆਸਰਾ ਲੈਣਾ ਬੜਾ ਜ਼ਰੂਰੀ ਹੈ, ਸਤਿਗੁਰੂ ਦਾ ਪੱਲਾ ਪੜਨਾ ਬੜਾ ਜ਼ਰੂਰੀ ਹੈ। ਤੇ ਗੁਰੂ ਪਾਤਸ਼ਾਹ ਜੀ ਨੇ ਸ਼ਲੋਕ 12 ਤੇ ਵਧੀਕ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਮਰਿਆਦਾ ਦੀ ਜਦੋਂ ਜ਼ਿਕਰ ਕੀਤਾ ਤੇ ਬੜਾ ਵਿਸ਼ਵਾਸ ਦਵਾਇਆ। ਕਹਿਣ ਲੱਗੇ, ਝੜ ਝੱਖੜ ਉਹਾੜ ਲਹਿਰੀ ਵਹਿਣ ਲਖੀਸਰੀ, ਸਤਿਗੁਰ ਸਿਓ ਅਲਾਏ ਬੇੜੇ ਡੁੱਬਣ ਨਾਹੇ ਭਉ। ਜਦੋਂ ਅਸੀਂ ਸ਼ਲੋਕ 12 ਤੇ ਵਧੀਕ ਦੀ ਵਿਚਾਰ ਵੀਰ MP ਸਿੰਘ ਜੀ ਪਾਸੋਂ ਸੁਣੀ ਸੀ, ਇਹ ਵਿਚਾਰ ਵੀ ਸਾਡੇ ਸਾਹਮਣੇ ਆਈ। ਝੜ ਝੱਖੜ ਉਹਾੜ, ਝੱਖੜ ਚੱਲਦੇ ਹੋਣ, ਉੱਚੀਆਂ ਉੱਚੀਆਂ ਲਹਿਰਾਂ ਸਾਗਰ ਦੀਆਂ ਉੱਠਦੀਆਂ ਹੋਣ, ਸਤਿਗੁਰ ਸਿਓ ਅਲਾਏ, ਜੇ ਸਤਿਗੁਰ ਅੱਗੇ ਬੇਨਤੀ ਕਰੀਏ ਤਾਂ ਬੇੜੇ ਡੁੱਬਣ ਨਾਹੇ ਪਾਓ, ਫਿਰ ਬੇੜੇ ਡੁੱਬਣ ਦਾ ਡਰ ਨਹੀਂ ਰਹਿੰਦਾ। ਭਾਵ ਜੇ ਜੀਵਨ ਮਰਿਆਦਾ ਵਿੱਚ ਆ ਜਾਏ, ਸਤਿਗੁਰੂ ਦੀ ਦੱਸੀ ਮਰਿਆਦਾ ਉੱਤੇ ਚੱਲ ਪਵੇ, ਤਾਂ ਫਿਰ ਜੀਵਨ ਦੇ ਵਿੱਚ ਆਉਣ ਵਾਲੇ ਝੱਖੜ, ਕਾਮ, ਕ੍ਰੋਧ, ਲੋਭ, ਅਹੰਕਾਰ ਦੀਆਂ ਹਨੇਰੀਆਂ, ਇਹ ਮਨੁੱਖ ਦਾ ਕੁਝ ਨਹੀਂ ਵਿਗਾੜ ਸਕਦੇ, ਕੁਝ ਨਹੀਂ ਵਿਗਾੜ ਸਕਦੇ। ਪਰ ਇਹ ਸਾਡਾ ਜੀਵਨ ਬੜਾ ਹੀ ਹੋਰ ਤਰ੍ਹਾਂ ਦਾ ਹੈ।
ਦਾ ਆਸਰਾ, ਗੁਰੂ ਦੀ ਸ਼ਰਨ, ਇੰਨੀ ਸ਼ਰਧਾ, ਵਾਹ। ਸਾਡੀ ਮੱਧ ਭਾਗਤਾ ਦੇਖੋ ਕਿਹੋ ਜਿਹੀ ਹੈ, ਅਸੀਂ ਸਵਾਲ ਕਿਹੋ ਜਿਹੇ ਕਰਦੇ ਹਾਂ। ਰਹਿਤ ਦਾ ਨਾਮ ਸੁਣਦਿਆਂ ਹੀ ਸਾਡਾ ਚਲਾਕ ਮਨ ਜਿਹੜਾ ਹੈ, ਉਹ ਆਪਣੀ ਵਿਦਿਆ ਦੇ, ਆਪਣੇ ਗਿਆਨ ਦੇ ਹੰਕਾਰ ਵਿੱਚ ਆ ਕੇ ਬੜਾ ਉਤਾਵਲਾ ਜਿਹਾ ਹੋ ਕੇ ਗੱਲ ਆਖਦਾ ਹੈ, ਮੈਂ ਆਪ ਇੰਨਾ ਗਿਆਨਵਾਨ, ਮੈਂ ਇੰਨਾ ਸਿਆਣਾ, ਸਭ ਕੁਝ ਮੈਂ ਸਮਝਦਾ ਹਾਂ, ਮੈਨੂੰ ਗੁਰੂ ਤੇ ਗੁਰੂ ਦੇ ਉਪਦੇਸ਼ ਦੀ ਲੋੜ ਕੀ ਹੈ? ਮੈਂ ਗੁਰੂ ਦੀ ਮਰਿਆਦਾ ਵਿੱਚ ਕਿਉਂ ਬੱਝਾਂ? ਮੈਂ ਆਪਣੀ ਆਜ਼ਾਦੀ ਕਿਉਂ ਗਵਾਵਾਂ? ਮੈਂ ਬੰਧਨਾਂ ਵਿੱਚ ਕਿਉਂ ਪਾਵਾਂ? ਇਹ ਸਵਾਲ ਸਾਡੇ ਅੰਦਰ ਆ ਖੜੇ ਹੋ ਜਾਂਦੇ ਨੇ। ਪਰ ਜਰਾ ਖਿਆਲ ਕਰੀਏ, ਵੱਡਿਆ ਗਿਆਨਵਾਨ ਆ, ਆਪਣੇ ਆਪ ਨੂੰ ਗਿਆਨਵਾਨ ਸਮਝਣ ਵਾਲਿਆ, ਜਿਹੜਾ ਥੋੜੀ ਜਿਹੀ ਅੰਦਰ ਝਾਤੀ ਮਾਰ ਕੇ ਤਾਂ ਵੇਖ ਕਿ ਗੁਰੂ ਦੀ ਮਰਿਆਦਾ ਨੂੰ ਛੱਡ ਕੇ ਸੱਚਮੁੱਚ ਤੂੰ ਆਜ਼ਾਦ ਹੋ ਸਕਦਾ ਹੈ? ਕਿ ਸੱਚਮੁੱਚ ਤੂੰ ਆਜ਼ਾਦੀ ਦਾ ਨਿੱਘ ਮਾਣ ਸਕਦਾ ਹੈ? ਕਿ ਗੁਰੂ ਦੀ ਮਰਿਆਦਾ ਨੂੰ ਛੱਡ ਕੇ ਕਿ ਤੂੰ ਸੱਚਮੁੱਚ ਆਨੰਦ ਦੀ ਜ਼ਿੰਦਗੀ ਜੀ ਸਕਦਾ ਹੈ? ਕਿ ਸੱਚਮੁੱਚ ਤੂੰ ਫਿਰ ਸਿੱਧੇ ਰਾਹ ਜੀਵਨ ਦੇ ਤੁਰਨ ਦੇ ਸਮਰੱਥ ਹੋ ਸਕੇਗਾ? ਆਪਣੀ ਹਸਤੀ ਵੱਲ ਤਾਂ ਵੇਖ, ਜਰਾ ਅੰਦਰ ਵੱਲ ਝਾਤ ਮਾਰ ਕੇ ਤਾਂ ਵੇਖ, ਆਪਣੇ ਰੋਜ਼ ਦੇ ਕਰਮਾਂ ਵੱਲ ਤਾਂ ਵੇਖ। ਦਿਨ ਵਿੱਚ ਕਿੰਨੀ ਵਾਰੀ ਖਿਆਲ ਆਉਂਦਾ ਕਿਸੇ ਦੇ ਧਨ ਦਾ, ਪਰ ਧਨ, ਪਰ ਤਨ, ਪਰ ਇਸਤਰੀ, ਕਿੰਨਾ ਖਿਆਲ ਅੰਦਰ ਆਉਂਦਾ। ਕਿੰਨੀ ਵਾਰੀ ਮੰਦੀ ਦ੍ਰਿਸ਼ਟੀ ਨਾਲ ਲੋਕਾਂ ਨੂੰ ਵੇਖਦਾ ਹੈ। ਕਦੇ ਅੰਦਰ ਖਿਆਲ ਕਰਕੇ ਤਾਂ ਵੇਖ, ਅੰਦਰ ਦੀ ਸੋਚ ਕਰਕੇ ਤਾਂ ਦੇਖ। ਬੰਦੇ ਖੋਜ ਦਿਲ ਹਰ ਰੋਜ਼, ਦੇਖ ਤਾਂ ਸਹੀ। ਕਿਤੇ ਕ੍ਰੋਧ ਦੀ ਅੱਗ ਵਿੱਚ ਸੜਦਾ ਹੈ, ਕਿਤੇ ਦੂਜਿਆਂ ਦੀ ਚੰਗੀ ਸੰਸਾਰਕ ਹਾਲਤ ਦੇਖ ਕੇ ਈਰਖਾ ਅੰਦਰ ਭਾਂਬੜ ਵੱਲ ਉੱਠਦੇ ਹਨ, ਕਿਤੇ ਗਰੀਬਾਂ ਤੇ ਨਿਮਾਣਿਆਂ ਤੇ ਰੋਗੀਆਂ ਨੂੰ ਵੇਖ ਕੇ ਅੰਦਰ ਨਫ਼ਰਤ ਕਰਦਾ ਹੈ। ਕਦੀ ਵੇਖਦਾ ਸੀ ਆਪਣੇ ਵੱਲ ਨੂੰ? ਜਦੋਂ ਕੁਝ ਹੱਥੋਂ ਦਾਨ ਕਰਨ ਦੀ ਗੱਲ ਕਰਦਾ ਹੈ ਤਾਂ ਫਿਰ ਉਹ ਵੀ ਆਪਣੇ ਮਾਨ ਕਰਕੇ, ਆਪਣੀ ਹਉਮੈ ਕਰਕੇ, ਆਪਣੇ ਨਾਮ ਕਰਕੇ, ਆਪਣੀ ਮਾਨ ਵਡਿਆਈ ਦੀ ਲਈ। ਜਦ ਤੱਕ ਤੇਰਾ ਨਾਮ ਨਹੀਂ ਪੜਿਆ ਜਾਂਦਾ, ਤੇਰਾ ਨਾਮ ਨਹੀਂ ਬੋਲਿਆ ਜਾਂਦਾ, ਉਦੋਂ ਤੱਕ ਤੂੰ ਉਹ ਦਾਨ ਕਰਨ ਦੀ ਗੱਲ ਵੀ ਨਹੀਂ ਸੋਚਦਾ, ਦੇਣ ਦੀ ਗੱਲ ਵੀ ਨਹੀਂ ਸੋਚਦਾ। ਜੇ ਕਿਤੇ ਥੋੜੀ ਬਹੁਤ ਸੇਵਾ ਕਰ ਵੀ ਲੈਣਾ ਹੈ, ਉਹ ਵੀ ਚੌਧਰ ਲਈ ਵੀ ਮੇਰੀ ਲੀਡਰੀ ਕਾਇਮ ਰਹਿਣੀ ਚਾਹੀਦੀ ਹੈ, ਮੇਰਾ ਨਾਮ ਹੋਣਾ ਚਾਹੀਦਾ ਹੈ। ਜੇ ਗਦੀ ਬਾਣੀ ਪੜ੍ਹਦਾ ਹੈ, ਉਹ ਵੀ ਵਿਖਾਵੇ ਵਾਸਤੇ, ਦੁਨੀਆ ਮੈਨੂੰ ਦੇਖੇ, ਮੈਂ ਬੜਾ ਨਿਤਨੇਮੀ ਹਾਂ, ਬੜਾ ਵਿਦਵਾਨ ਹਾਂ। ਇਹ ਕੀ ਸਾਡੀ ਜ਼ਿੰਦਗੀ ਖੜੀ ਕਿੱਥੇ ਹੈ? ਕਦੀ ਅੰਦਰਲੀ ਝਾਤ ਮਾਰ ਕੇ ਤਾਂ ਦੇਖੀਏ ਆਪਣੇ ਜੀਵਨ ਨੂੰ। ਅਸੀਂ ਆਪਣੇ ਆਪ ਨੂੰ ਦੇਖ ਤਾਂ ਸਹੀਏ, ਕਿੰਨੇ ਕੁ ਪਰਦੇ ਮੈਂ ਆਪਣੇ ਖੋਲਾਂ ਤੁਹਾਡੇ ਅੱਗੇ। ਮੈਂ ਆਪਣੇ ਜੀਵਨ ਨੂੰ ਜਦੋਂ ਵੇਖਦਾ ਹਾਂ ਤਾਂ ਮੈਂ ਕਿੰਨੇ ਕੁ ਪਰਦੇ ਤੁਹਾਡੇ ਅੱਗੇ ਖੋਲਾਂ। ਇਸ ਜੀਵਨ ਦੀ ਕਹਾਣੀ ਕੀ ਹੈ? ਕਦੀ ਅਸੀਂ ਖਿਆਲ ਸੋਚਿਆ ਹੈ ਕਿ ਸਾਡੇ ਅੰਦਰ ਕਮੀ ਕਿੱਥੇ ਹੈ, ਘਾਟ ਕਿੱਥੇ ਹੈ? ਕਮੀ, ਘਾਟ ਇਹ ਜੀਵਨ ਮਰਿਆਦਾ ਵਿੱਚ ਨਾ ਆਉਣਾ ਹੈ, ਜੀਵਨ ਰਹਿਤ ਵਿੱਚ ਨਾ ਆਉਣਾ ਹੈ। ਜਦੋਂ ਜੀਵਨ ਰਹਿਤ ਵਿੱਚ ਆ ਜਾਏਗਾ, ਉਦੋਂ ਜੀਵਨ ਇਹਨਾਂ ਕਮੀਆਂ ਤੋਂ ਬਾਹਰ ਨਿਕਲਣਾ ਸ਼ੁਰੂ ਹੋਏਗਾ। ਮੇਰੇ ਅੰਦਰ ਦੀ ਹਾਲਤ ਨੂੰ ਵੇਖ ਕੇ ਦਿਨ ਰਾਤ ਇਹਨਾਂ ਵਿਕਾਰਾਂ ਵਿੱਚ ਪੈ ਕੇ ਹੋਰ ਆਪਣੇ ਜਾਲ ਨੂੰ ਮਜ਼ਬੂਤ ਕਰਨ ਦੇ ਮੇਰੇ ਜੀਵਨ ਨੂੰ ਦੇਖਿਆ ਗੁਰੂ ਪਾਤਸ਼ਾਹ ਨੇ। ਕਹਿੰਦੇ ਇਸ ਵਿੱਚੋਂ ਨਿਕਲੇਗਾ ਕਿਵੇਂ? ਨਹੀਂ ਨਿਕਲ ਸਕੇਗਾ। ਤੇ ਗੁਰੂ ਪਾਤਸ਼ਾਹ ਨੇ ਫਿਰ ਇੱਕ ਸ਼ਬਦ ਉਚਾਰਨ ਕਰ ਦਿੱਤਾ, ਕਹਿੰਦੇ ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਇ ਲੇਖ ਪਏ, ਜਿਉ ਜਿਉ ਕਿਰਤ ਚਲਾਏ ਤਿਉ ਚਲੀਏ, ਤੁਗਨ ਨਾਹੀ ਅੰਤ ਹਰੇ, ਚਿਤ ਚੇਤਸ ਕੀ ਨਹੀਂ ਬਾਬਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਜਾਲੀ ਰੈਨ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੇ ਨਿਤ ਫਾਸੇ, ਛੂਟਸ ਮੂੜੇ ਕਵਨ ਗੁਣੀ। ਆਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਲਿਆ ਸੰਨੀ ਚਿੰਤ ਪਈ। ਫਿਰ ਗੁਰੂ ਪਾਤਸ਼ਾਹ ਕਹਿੰਦੇ ਭਿਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ, ਤੋ ਨਾਨਕ ਤ੍ਰਿਸ਼ਟ ਸਦੇਹਾ। ਮਾਰੂ ਰਾਗ ਦਾ ਸ਼ਬਦ, ਜਿਹੜਾ ਸ਼ਬਦ ਨੂੰ ਅਸੀਂ ਆਪ ਹੀ ਕਹਿੰਦੇ ਆ ਕਿ ਇਹ ਸ਼ਬਦ ਬੀਬੀ ਅਮਰੋ ਨੇ, ਬਾਬਾ ਅਮਰਦਾਸ ਜੀ ਨੇ ਸੁਣਿਆ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸ਼ਰਨ ਵਿੱਚ ਪੈ ਗਏ।
ਪਰ ਖਿਆਲ ਕਰੀਏ, ਅੰਦਰ ਝਾਤ ਮਾਰ ਕੇ ਤੇ ਦੇਖੀਏ ਕਿਹੜੀ ਕਿਹੜੀ ਮਰਿਆਦਾ ਦੀ ਗੱਲ ਅਸੀਂ ਕਰਦੇ ਹਾਂ, ਕਿਹੜੇ ਕਿਹੜੇ ਇਸ ਸੰਸਾਰ ਦੀ ਗੱਲ ਅਸੀਂ ਕਰਦੇ ਹਾਂ, ਕਿਹੜੀ ਕਿਹੜੀ ਰਹਿਤ ਛੱਡ ਕੇ ਅਸੀਂ ਗੁਰੂ ਨੂੰ ਪਿਆਰ ਕਰਨ ਵਾਲੇ ਰਹਿ ਸਕਦੇ ਹਾਂ। ਕਦੀ ਸੋਚੀਏ ਕਿ ਇਸ ਦੀ ਰਹਿਤ ਸਾਨੂੰ ਬੇਲੋੜੀ ਜਾਪਦੀ ਹੈ। ਦੂਜੇ ਸ਼ਬਦਾਂ 'ਚ ਅਸੀਂ ਇਹ ਕਹਿ ਲਈਏ ਕਿ ਅੱਜ ਕੱਲ ਦੇ ਸਮੇਂ ਅਨੁਸਾਰ ਢੁਕਦੀ ਨਹੀਂ, ਕਿ ਇਹ ਤਾਂ ਉਦੋਂ ਦੀ ਲੋੜ ਸੀ, ਹੁਣ ਤਾਂ ਲੋੜ ਹੀ ਨਹੀਂ ਹੈ। ਹੋਰ ਖੁੱਲੇ ਅੱਖਰਾਂ 'ਚ ਜੇ ਮੈਂ ਗੱਲ ਕਰਾਂ, ਇਹਦਾ ਭਾਵ ਇਹ ਹੈ ਕਿ ਸ਼ਾਇਦ ਅੱਜ ਕੱਲ ਦੇ ਫੈਸ਼ਨ ਦੇ ਨਾਲ ਇਹ ਫੱਬਦੀ ਨਹੀਂ। ਜਿਹਨਾਂ ਫੈਸ਼ਨਾਂ ਦਾ, ਜਿਹਨਾਂ ਸੁੱਖਾਂ ਦਾ ਮਨ ਆਨੰਦ ਲੈਣਾ ਚਾਹੁੰਦਾ ਹੈ, ਇਹ ਉਹਦੇ ਰਾਹ ਵਿੱਚ ਰੁਕਾਵਟ ਪਾਉਂਦੀ ਹੈ। ਇਹ ਰਹਿਤ ਸਾਡੇ ਅੰਦਰ ਰੁਕਾਵਟ ਪਾਉਂਦੀ ਹੈ। ਪਰ ਕਿੰਨੀ ਕੁ ਅਸੀਂ ਅੰਦਰੋਂ ਰਹਿਤ ਨੂੰ ਧਾਰਨ ਕਰਦੇ ਹਾਂ, ਕਿੰਨਾ ਕੁ ਅਸੀਂ ਅੰਦਰੋਂ ਗੱਲ ਨੂੰ ਤੁਰਦੇ ਹਾਂ, ਕਿੰਨਾ ਕੁ ਅਸੀਂ ਆਪਣੇ ਆਪ ਨੂੰ ਦੇਖਦੇ ਹਾਂ, ਇਹਦੀ ਖਿਆਲ ਕਰਕੇ ਦੇਖਿਆ। ਗੁਰਬਾਣੀ ਦੇ ਵਿੱਚ ਗੁਰਸਿੱਖ ਨੂੰ ਇੱਕ ਰਹਿਤਮਈ ਜੀਵਨ ਜਿਉਣ ਦਾ ਆਦੇਸ਼ ਕੀਤਾ ਗਿਆ ਹੈ। ਅੰਦਰ ਦੀ ਰਹਿਤ ਤੇ ਬਾਹਰ ਦੀ ਰਹਿਤ, ਦੋ ਤਰ੍ਹਾਂ ਦੀ ਜ਼ਿੰਦਗੀ ਦੀ ਗੱਲ ਗੁਰਬਾਣੀ ਨੇ ਸਾਨੂੰ ਦੱਸੀ ਹੈ। ਅੰਦਰ ਦੀ ਰਹਿਤ ਨੂੰ ਗੁਰੂ ਸਾਹਿਬ ਜੀ ਨੇ ਆਤਮ ਕੀ ਰਹਿਤ ਲਫ਼ਜ਼ ਵੀ ਵਰਤਿਆ ਹੈ। ਇਹ ਸਾਡੇ ਅੰਦਰਲੇ ਜੀਵਨ ਜੁਗਤੀ ਹੈ। ਅਧਿਆਤਮਿਕ ਜੀਵਨ ਦੀ ਇੱਕ ਜੜ ਹੈ, ਜਿਹੜਾ ਅੰਦਰ ਦਾ ਜੀਵਨ ਹੈ, ਮੂਲ ਹੈ ਅਧਿਆਤਮਿਕ ਜੀਵਨ ਦਾ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਾਰ-ਬਾਰ ਇਸ ਅੰਦਰ ਦੀ ਰਹਿਤ ਦੀ ਵਿਆਖਿਆ ਕੀਤੀ ਗਈ ਹੈ। ਰਹਿਤ ਸੱਚੀ ਉਹ ਹੁੰਦੀ ਹੈ ਜਿਹਨੂੰ ਦਿਲੋਂ ਪਿਆਰ ਹੋ ਜਾਏ। ਅੰਦਰ ਤੇ ਬਾਹਰ ਦੀ, ਕਥਨੀ ਤੇ ਕਰਨੀ ਸਾਡੀ ਬਰਾਬਰ ਹੋ ਜਾਏ। ਕਥਨੀ ਤੇ ਕਰਨੀ 'ਚ ਜਿਵੇਂ ਅੰਤਰ ਹੈ, ਫਰਕ ਹੈ, ਉਹ ਫਿਰ ਗੁਰਮਤਿ ਦੀ ਰਹਿਤ ਨਹੀਂ ਹੁੰਦੀ। ਹੁਣ ਅਸੀਂ ਗੁਰਮਤਿ ਦੀ ਰਹਿਤ ਨਹੀਂ ਕਹਿ ਸਕਦੇ। ਸਾਚੀ ਰਹਿਤ, ਸਾਚਾ ਮਨ ਸੋਈ, ਇਹ ਹੈ ਅੰਦਰ ਦੀ, ਪਰ ਮਨਮੁਖ ਕਥਨੀ ਹੈ, ਪਰ ਰਹਿਤ ਨਾ ਹੋਈ। ਬਿਲਾਵਲ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਬਚਨ ਹੈ, ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ। ਮਨ ਦੀ ਮੱਤ ਪਿੱਛੇ ਲੱਗਣ ਵਾਲਾ ਵਿਅਕਤੀ ਰਹਿਤਵਾਨ ਨਹੀਂ ਹੋ ਸਕਦਾ। ਮਨ ਵਿੱਚ ਸੱਚੇ ਦਾ ਵਾਸਾ ਹੋਣਾ ਸੱਚੀ ਰਹਿਤ ਹੈ। ਅੰਦਰੋਂ ਬਾਹਰੋਂ ਸਚਿਆਰ ਹੋਣਾ, ਇਹ ਗੁਰਮੁਖ ਰਹਿਤ ਦੀ ਇੱਕ ਕਸੌਟੀ ਹੈ। ਗੁਰਮੁਖ ਰਹਿਤ ਇੱਥੇ ਪਰਖੀ ਜਾਂਦੀ ਹੈ। ਅੰਦਰਲੀ ਰਹਿਤ ਸ਼ਖਸੀ ਵੀ ਹੈ, ਜਮਾਤੀ ਵੀ ਹੈ। ਖਿਆਲ ਕਰਨਾ, ਅਸੀਂ ਜਦੋਂ ਰਹਿਤ ਮਰਿਆਦਾ ਪੜ੍ਹੀ ਸੀ ਉਦੋਂ ਇਹਦਾ ਜ਼ਿਕਰ ਕੀਤਾ ਸੀ ਕਿ ਸ਼ਖਸੀ ਰਹਿਤ ਵਿੱਚ ਨਾਮ, ਦਾਨ, ਇਸ਼ਨਾਨ ਤੇ ਚੀਜ਼ਾਂ ਦ੍ਰਿੜ ਕਰਵਾਈਆਂ ਗਈਆਂ। ਸ਼ਖਸੀ ਰਹਿਤ ਵਿੱਚ ਨਾਮ, ਦਾਨ, ਇਸ਼ਨਾਨ ਦ੍ਰਿੜ ਹਰ ਭਗਤ ਸੋ ਜਾਗੇ। ਇਹ ਗੱਲ ਗੁਰਬਾਣੀ ਨੇ ਬਾਤ ਕਹੀ ਹੈ। ਭਾਈ ਗੁਰਦਾਸ ਜੀ ਨੇ ਵੀ ਗੱਲ ਇਹ ਕੀਤੀ ਹੈ। ਜਦੋਂ ਨਾਮ, ਦਾਨ, ਇਸ਼ਨਾਨ ਦੀ ਗੱਲ ਕੀਤੀ, ਇਹਦਾ ਵੱਖਰਾ ਵਿਸ਼ਾ ਹੈ। ਨਾਮ, ਦਾਨ, ਇਸ਼ਨਾਨ ਦੇ ਉੱਤੇ ਵੀਰ ਪ੍ਰਭ ਕੀਰਤਨ ਸਿੰਘ ਜੀ ਕਦੀ ਸਾਡੇ ਨਾਲ ਸਾਂਝ ਪਾਉਣਗੇ, ਉਹਨਾਂ ਨੂੰ ਵਿਸ਼ਾ ਅਲਾਟ ਕੀਤਾ ਹੋਇਆ ਹੈ। ਨਾਮ ਆਤਮਕ, ਦਾਨ ਆਰਥਿਕ, ਇਸ਼ਨਾਨ ਸਰੀਰਕ ਪਵਿੱਤਰਤਾ ਦੇ ਸਾਧਨ ਹਨ। ਇਸ਼ਨਾਨ ਵੀ ਦੋ ਤਰ੍ਹਾਂ ਦਾ ਹੈ, ਇੱਕ ਬਾਹਰੀ ਸਰੀਰ ਦਾ ਇਸ਼ਨਾਨ ਹੈ, ਇੱਕ ਅੰਦਰ ਦਾ ਇਸ਼ਨਾਨ ਹੈ। ਬਾਹਰੀ ਇਸ਼ਨਾਨ ਉਹ ਸਾਡਾ ਪਾਣੀ ਨਾਲ ਹੁੰਦਾ ਹੈ, ਅੰਦਰਲਾ ਇਸ਼ਨਾਨ ਸਾਡਾ ਬਾਣੀ ਨਾਲ ਹੁੰਦਾ ਹੈ। ਇਹ ਰਹਿਤ ਦੇ ਅੰਗ ਹਨ। ਧਰਮ ਦੀ ਕਿਰਤ ਕਰਨੀ, ਕਿਰਤ ਦੇ ਕੇ ਹੱਥੋਂ, ਕਿਰਤ ਕਰਕੇ ਹੱਥੋਂ ਦੇ ਕੇ ਭਲਾ ਮਨਾਉਣਾ, ਫਿਰ ਸ਼ੁਭ ਗੁਣਾਂ ਨੂੰ ਇਕੱਠਾ ਕਰਨਾ, ਪਰਵਕਾਰ ਦੇ ਵਿੱਚ ਜੁਟੇ ਰਹਿਣਾ, ਮਿੱਠਾ ਬੋਲਣਾ, ਨਿਵ ਚੱਲਣਾ, ਹਰ ਸੋਭ ਨੂੰ ਇੱਕੋ ਸਮਾਨ ਕਰਕੇ ਜਾਣਨਾ, ਜ਼ੁਲਮ ਦਾ ਟਾਕਰਾ ਕਰਨ ਦੇ ਲਈ ਨਿਰਭੈ ਹੋਣਾ, ਜ਼ਿੰਦਗੀ ਦੀ ਇਸ ਰਣ ਭੂਮੀ ਦੇ ਵਿੱਚ, ਇਸ ਜ਼ਿੰਦਗੀ ਦੇ ਲੜਾਈ ਦੇ ਮੈਦਾਨ ਵਿੱਚ ਆਪਣੇ ਆਤਮ ਬਲੀਦਾਨ ਲਈ ਤਿਆਰ ਰਹਿਣਾ। ਇਹ ਅੰਦਰਲੀ ਰਹਿਤ ਦੇ ਸਾਡੇ ਅੰਗ ਹਨ। ਇਹ ਮੁਕਾਬਲਾ ਹੈ ਅੰਦਰ ਦੀ ਰਹਿਤ ਲਈ। ਇਹਨਾਂ ਦੁਸ਼ਮਣਾਂ ਦੇ ਨਾਲ ਅਸੀਂ ਲੜਦੇ ਰਹਿਣਾ। ਹੁਣ ਨਿਤਨੇਮ ਵਿੱਚ ਸਿੱਖ ਨੂੰ ਜੁੜਨ ਦਾ ਇੱਕ ਰੋਜ਼ ਦਾ ਹੁਕਮ ਹੈ। ਜਪ, ਜਾਪ, ਸਵਈਏ, ਇਹ ਪਾਠ ਅੰਮ੍ਰਿਤ ਵੇਲੇ ਕੀਤਾ ਜਾਂਦਾ। ਰਹਿ ਰਾਸ ਸੋਦਾਰ ਤੋਂ ਲੈ ਕੇ ਸੋਪੁਰਖ, 5 ਸ਼ਬਦ ਸੋਦਰ ਦੇ, 4 ਸ਼ਬਦ ਸੋਪੁਰਖ ਵਾਲੇ, 25 ਚ ਪਈ ਦੇ ਅੰਕ, ਫਿਰ ਸਵਈਆ, ਫਿਰ ਦੋਹਰਾ, ਫਿਰ ਆਨੰਦ ਦੀਆਂ 6 ਪੌੜੀਆਂ,
ਫਿਰ ਦੋ ਸ਼ਬਦ ਹਨ, ਮੁਧਾਵਨੀ ਵਾਲਾ ਤੇ ਫਿਰ ਤੇਰਾ ਕੀਤਾ ਜਾਤੋ ਨਹੀਂ। ਇਹ ਰਹਿ ਰਾਸ ਦੀ ਪਾਠ ਤਾਂ ਸਾਨੂੰ ਰੋਜ਼ ਸ਼ਾਮ ਨੂੰ ਕਰਨ ਦੀ ਹਦਾਇਤ ਕੀਤੀ ਗਈ ਹੈ। ਸੌਣ ਵੇਲੇ ਸੋਹਿਲੇ ਦਾ ਪਾਠ ਕਰਨ ਦੀ ਹਦਾਇਤ ਆਦੇਸ਼ ਗੁਰੂ ਦਾ ਹੁਕਮ ਹੈ, ਆਦੇਸ਼ ਹੈ। ਇਹ ਕਿਉਂ ਕੀਤੀ ਗਈ ਹੈ? ਕਿਉਂਕਿ ਇਹ ਅੰਦਰਲੀ ਕੁਰੈਤਾਂ ਤੋਂ ਬਚਣ ਦੇ ਲਈ ਅੰਦਰ ਨੂੰ ਬਲਵਾਨ ਬਣਾਉਂਦੇ ਹਨ। ਇਹ ਰਹਿਤ ਹੈ ਸਾਡੀ ਅੰਦਰਲੀ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਔਗਣਾਂ ਨੂੰ ਤਿਆਗਣ ਲਈ ਇਹ ਸਾਨੂੰ ਇੱਕ ਹਥਿਆਰ ਦਾ ਕੰਮ ਕਰਦੇ ਹਨ। ਇਹ ਜਿਹੜਾ ਨਿਤਨੇਮ ਹੈ, ਪਰ ਧਨ, ਪਰ ਦਾਰਾ, ਪਰ ਨਿੰਦਾ, ਗੁਰਬਾਣੀ ਨੇ ਲਫ਼ਜ਼ ਵਰਤੇ, ਇਹਨਾਂ ਤੋਂ ਬਚਣ ਦਾ ਬਾਰ-ਬਾਰ ਆਦੇਸ਼ ਸਾਨੂੰ ਗੁਰਬਾਣੀ ਨੇ ਕੀਤਾ ਹੈ। ਗੁਰਬਾਣੀ ਨੇ ਬਾਰ-ਬਾਰ ਸਾਨੂੰ ਇਹ ਗੱਲ ਸਮਝਾਈ ਹੈ। ਗੁਰਬਾਣੀ ਨੇ ਵਾਦ ਵਿਵਾਦ ਕਰਨ ਤੋਂ, ਕੂੜਕ ਸੱਤ ਬੋਲਣ ਤੋਂ ਬਾਰ-ਬਾਰ ਵਰਜਿਆ ਹੈ। ਇਸੇ ਵਾਸਤੇ ਨਿਤਨੇਮ ਦੀ ਰਹਿਤ ਸਾਨੂੰ ਪ੍ਰਪੱਕ ਕਰਾਈ ਗਈ ਹੈ। ਨਿਤਨੇਮ ਦੀ ਰਹਿਤ, ਅੰਦਰਲੀ ਰਹਿਤ ਦੀ ਜਦੋਂ ਗੱਲ ਕਰਦੇ ਆ ਤਾਂ ਫਿਰ ਜਿਹੜਾ ਗੁਰੂ ਰਾਮਦਾਸ ਮਹਾਰਾਜ ਦਾ ਸ਼ਬਦ ਆਪਾਂ ਕਈ ਵਾਰੀ ਦੁਹਰਾਉਂਦੇ ਆ, ਗੁਰ ਸਤਿਗੁਰੂ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠਰ ਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲਵਿਖ ਪਾਪ ਦੁਖ ਲੈ ਜਾਵੇ, ਫਿਰ ਚੜੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੇ, ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ, ਜਦ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪੈ। ਇਹ ਪੂਰਾ ਕਦੀ ਤੋਲਿਆ ਆਪਣੇ ਆਪ ਨੂੰ? ਇਹ ਅੰਦਰੂਨੀ ਰਹਿਤ ਵਿੱਚ ਸਾਡੇ ਸੰਗਤ, ਕੀਰਤਨ, ਸੇਵਾ, ਅਰਦਾਸ, ਇਹ ਸਾਰੀਆਂ ਚੀਜ਼ਾਂ ਸ਼ਾਮਲ ਹਨ। ਇਹ ਅੰਦਰ ਦੀ ਰਹਿਤ ਦੀ ਗੱਲ ਕਰ ਰਿਹਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਜੀਵਨ ਸਾਨੂੰ ਜੀਣ ਦੀ ਗੱਲ ਕੀਤੀ, ਉਹ ਇੱਕ ਮਰਿਆਦਾ ਦਾ ਜੀਵਨ ਹੈ। ਉਸ ਮਰਿਆਦਾ ਦੇ ਜੀਵਨ ਵਿੱਚ ਹੀ ਸਾਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਅੰਦਰ ਦੀ ਰਹਿਤ ਨੂੰ ਬਲਵਾਨ ਕਰਨ ਲਈ। ਉਹ ਅਸੀਂ ਗੁਰਬਾਣੀ ਪੜ੍ਹਨੀ, ਗੁਰਬਾਣੀ ਅਨੁਸਾਰ ਜੀਵਨ ਜਿਉਣਾ। ਇਸ ਕਰਕੇ ਅਸੀਂ ਰੋਜ਼ ਜ਼ਹਿਰ ਦਾਨ ਦੀ ਮੰਗ ਕਰਦੇ ਹਾਂ। ਉਸ ਕੇਵਲ ਬਾਹਰੀ ਰਹਿਤ ਨਹੀਂ ਹੈ, ਸਾਡਾ ਧਿਆਨ ਬਾਹਰੀ ਰਹਿਤ ਵੱਲ ਨੂੰ ਜਾਂਦਾ ਹੈ। ਅੰਦਰ ਦੀ ਰਹਿਤ ਦੀ ਮੰਗ ਵੀ ਅਸੀਂ ਗੁਰੂ ਪਾਸੋਂ ਕਰਦੇ ਹਾਂ। ਤੇ ਜਦੋਂ ਸਰਬੱਤ ਖਾਲਸਾ ਜੀ ਦੇ ਨਾਲ ਇਹ ਸੰਗਤ ਖੜੀ ਹੁੰਦੀ ਹੈ, ਆਪਣੇ ਕੌਮੀ ਗੌਰਵ ਦੇ ਨਾਲ ਜੁੜਦੀ ਹੈ, ਧਾਰਮਿਕ ਸੰਸਥਾਵਾਂ ਨਾਲ ਜੁੜਦੀ, ਗੁਰਦੁਆਰਿਆਂ ਨਾਲ ਜੁੜਦੀ, ਸ਼ਹੀਦਾਂ ਨਾਲ ਜੁੜਦੀ ਹੈ, ਤੇ ਸਾਰੀ ਉਸ ਇਤਿਹਾਸ ਵਿੱਚੋਂ ਲੰਘ ਕੇ ਫਿਰ ਅਕਾਲ ਪੁਰਖ ਨਾਲ ਜੁੜਦੀ, ਤੇ ਫਿਰ ਗੁਰਮਤ ਦੀ ਇਹ ਅੰਦਰਲੀ ਰਹਿਤ ਜਿਹੜੀ ਹੈ ਇਹਦਾ ਹਿੱਸਾ ਬਣਦੀ, ਤੇ ਅੰਦਰ ਦੀ ਰਹਿਤ ਦੀ ਮੰਗ ਵੀ ਗੁਰੂ ਪਾਸੋਂ ਫਿਰ ਕੀਤੀ ਜਾਂਦੀ ਹੈ। ਜਿੱਥੇ ਅਸੀਂ ਕਹਿੰਦੇ ਹਾਂ ਸਿੱਖੀ ਦਾਨ, ਕੇਸ ਦਾਨ ਤੇ ਰਹਿਤ ਦਾਨ। ਸਿੱਖਾਂ ਦੀ ਬਾਹਰਲੀ ਰਹਿਤ ਵੀ ਬੜੀ ਕਮਾਲ ਦੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵੀਰ ਆਸਨ ਹੋ ਕੇ ਪੰਜਾਂ ਪਿਆਰਿਆਂ ਦੁਆਰਾ ਪੰਜ ਬਾਣੀਆਂ ਦੇ ਪਾਠ ਨਾਲ ਸਰਬਲੋਹ ਦੇ ਬਾਟੇ ਵਿੱਚ ਉਸ ਖੰਡੇ ਦੇ ਨਾਲ ਇੱਕ ਨਿਰਮਲ ਜਲ, ਜਿਸ ਵਿੱਚ ਪਤਾਸਿਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ, ਜਾਂ ਸਿੱਖ ਪਰਿਭਾਸ਼ਾ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਵੀ ਇਹਨੂੰ ਖੰਡੇ ਦੀ ਪੌਲ ਕਿਹਾ ਜਾਂਦਾ ਹੈ। ਅੱਜ ਕੱਲ੍ਹ ਇਹਨੂੰ ਅੰਮ੍ਰਿਤ ਦਾ ਨਾਮ ਵੀ ਦਿੱਤਾ ਜਾਂਦਾ ਹੈ। ਪੰਜ ਪਿਆਰੇ ਜਦੋਂ ਪਹੁਲ ਤਿਆਰ ਕਰਦੇ ਹਨ ਤਾਂ ਗੁਰੂ ਰੂਪ ਹੁੰਦੇ ਹਨ। ਖਿਆਲ ਕਰਨਾ, ਸਿੱਖ ਧਰਮ ਵਿੱਚ ਦੇਹਧਾਰੀ ਗੁਰੂ ਦਾ ਸਿਧਾਂਤ ਕੇਵਲ ਇੰਨਾ ਹੀ ਹੈ। ਜਦ ਤੱਕ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖੰਡੇ ਬਾਟੇ ਦੀ ਪਹੁਲ ਤਿਆਰ ਕਰਦੇ ਨੇ, ਗੁਰੂ ਰੂਪ ਹੋ ਕੇ ਕਰਦੇ ਹਨ। ਪਰ ਪਹੁਲ ਤੋਂ ਬਾਅਦ ਉਹਨਾਂ ਦਾ ਇੱਕ ਆਮ ਮਨੁੱਖ ਦਾ ਜੀਵਨ ਹੈ, ਫਿਰ ਉਹ ਆਪਣੇ ਆਪ ਗੁਰੂ ਕਹਾਉਣ ਦੇ ਹੱਕਦਾਰ ਨਹੀਂ ਹਨ। ਬਸ ਇੰਨਾ ਕੀ ਸੰਕਲਪ ਹੈ ਸਿੱਖੀ ਦੇ ਵਿੱਚ, ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਤੋ ਜਦੋਂ ਅਸੀਂ ਬਾਣੀ ਪੜ੍ਹਦੇ ਆ, ਇਹ ਚੀਜ਼ਾਂ ਅਸੀਂ ਬਾਣੀ ਪੜ੍ਹ ਕੇ ਪਹੁਲ ਨੂੰ ਤਿਆਰ ਕਰਦੇ ਆ, ਤਾਂ ਫਿਰ ਸਾਨੂੰ ਉਹ ਪੰਜ ਚੂਲੇ ਪੀਣ ਲਈ ਦਿੱਤੇ ਜਾਂਦੇ ਹਨ। ਪੰਜ ਚੂਲੇ ਪਿਆਉਣ ਕੇ ਪਿਆਰਿਆਂ ਵਿੱਚ ਪਿਆਰਾ ਕਹਿੰਦਾ, ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਅੰਮ੍ਰਿਤ ਪਾਨ ਕਰਨ ਵਾਲਾ ਬੋਲਦਾ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਹ ਕਿ ਅਸੀਂ ਕਹਿੰਦੇ 15 ਵਾਰੀ ਇੱਕ ਵਾਰ ਸਿੱਖ ਕੋਲੋਂ ਫਤਿਹ ਬੁਲਾਈ ਜਾਂਦੀ ਹੈ। 5 ਵਾਰੀ ਅੰਮ੍ਰਿਤ ਦੇ ਚੂਲੇ ਪੀਣ ਲਈ, 5 ਵਾਰੀ ਸੀਸ ਵਿੱਚ ਸਜਾਏ ਜਾਂਦੇ ਹਨ, 5 ਵਾਰੀ ਅੱਖਾਂ ਵਿੱਚ ਪਾਏ ਜਾਂਦੇ ਹਨ, 1 ਵਾਰੀ ਅੰਮ੍ਰਿਤ ਛਕਣ ਤੋਂ ਪਹਿਲਾਂ, 1 ਵਾਰੀ ਅੰਮ੍ਰਿਤ ਛਕਣ ਤੋਂ ਬਾਅਦ, 17 ਵਾਰੀ ਜਦੋਂ ਗੁਰੂ ਕਾ ਸਿੱਖ ਗੁਰੂ ਦੀ ਫਤਿਹ ਬੁਲਾਉਂਦਾ ਹੈ, ਇਹ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਤਾਂ ਉਹਨੂੰ ਅਹਿਸਾਸ ਹੁੰਦਾ ਹੈ ਹੁਣ ਮੈਂ ਗੁਰੂ ਦਾ ਹੋ ਗਿਆ, ਗੁਰੂ ਮੇਰਾ ਹੋ ਗਿਆ ਹੈ। ਜਿਹੜਾ ਗੁਰੂ ਦਾ ਹੋ ਜਾਏ ਉਹਨੂੰ ਫਿਰ ਕਿਸੇ ਦੀ ਮੁਹਤਾਜੀ ਨਹੀਂ ਹੁੰਦੀ। ਤਿੰਨ ਚੁੱਕੀ ਮੁਹਤਾਜੀ ਲੋਗਨ ਕੀ, ਹਰ ਪ੍ਰਭ ਅੰਗ ਕਰ ਬੈਠਾ ਪਾਸ। ਉਹ ਲੋਕਾਂ ਦੀ ਗੁਲਾਮੀ ਨਹੀਂ ਕਰਦਾ, ਮੁਹਤਾਜੀ ਨਹੀਂ ਕਰਦਾ, ਉਹ ਗੁਰੂ ਦੇ ਦਰ ਤੇ ਵਿਕ ਗਿਆ ਹੈ, ਉਹ ਗੁਰੂ ਦਾ ਦਰ ਦਾ ਗੋਲਾ ਬਣ ਗਿਆ ਹੈ। ਜਿਹਨੂੰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਮ ਸੁਭਾਗਾ, ਗੁਰ ਕੀ ਬਚਨੀ ਹਾਟ ਵੀ ਕਰਨਾ, ਜਿਤ ਲਾਇਆ ਤਿਤ ਲਾਗਾ, तेरे लाले क्या चौतराई, साहिब का हुक्म न करना जाई, मां लाली क्यों लाला मेरा, वो लाले का जाया, लाली नाचे लाला गावे, भगत करूं तेरी राया। तो ये गुरु पातशाह जी ने निरभो बना दिता, निरभो संग तुम्हारे बसता, डरन कहां ते आया दा एहसास करा दिता, वो रहत बख्श के। एक फौजी ਦੀ ਵਰਦੀ ਵਾਂਗੂ ਸਾਡਾ ਵਰਦੀ ਹੈ। 5 ਕਕਾਰ ਦੀ ਰਹਿਤ ਗੁਰੂ ਪਾਤਸ਼ਾਹ ਨੇ ਇਸ ਵਾਸਤੇ ਬਖਸ਼ੀ ਕਿ ਇਹ ਖਾਲਸੇ ਦੇ ਰੂਪ ਨੂੰ ਵੀ ਘੜਦੀ, ਉਹਦੀ ਰਹਿਣੀ ਦੀ ਇੱਕ ਖਾਸ ਪ੍ਰਤੀਕ ਹੈ। ਇਹ ਕੇਸ, ਕੜਾ, ਕੰਘਾ, ਕਿਰਪਾਨ, ਕਛਹਿਰਾ, ਇਹਨਾਂ ਚੀਜ਼ਾਂ ਨੂੰ ਸਾਡੇ ਸਾਹਮਣੇ ਲਿਆਉਂਦੀ ਹੈ, ਕਿਉਂਕਿ ਖਾਲਸਾ ਕਾਲਪੁਰਖ ਦੀ ਫੌਜ ਹੈ। ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ ਹੈ। ਇਹਨਾਂ ਚੀਜ਼ਾਂ ਦੇ ਜਦੋਂ ਅਸੀਂ ਮੰਗਦੇ ਹਾਂ, ਬੜੀ ਖੂਬਸੂਰਤ ਕਵਿਤਾ ਲਿਖੀ ਕਿਸੇ ਕਵੀ ਨੇ, ਦੇਖ ਕੇ ਕੇਸ ਦਸ਼ਮੇਸ਼ ਨੇ ਕਿਹਾ ਮੂੰਹੋਂ, ਜਾਓ ਬਖਸ਼ੀਆਂ ਅੱਜ ਸਰਦਾਰੀਆਂ ਨੇ, ਕੰਘਾ ਫੇਰਦੇ ਸਦਾ ਹੀ ਯਾਦ ਰੱਖਣਾ, ਕਿਤੇ ਚੱਲਣੀਆਂ ਸਿਰਾਂ ਤੇ ਆ ਰਹੀਆਂ ਨੇ। ਉੱਠੇ ਹੱਥ ਨਾ ਕਿਸੇ ਮਜ਼ਲੂਮ ਉੱਤੇ, ਕੜਾ ਨਹੀਂ ਏਕੜੀਆਂ ਗਈਆਂ ਮਾਰੀਆਂ ਨੇ, ਕੱਛ ਇਹ ਕੀ ਜਾਤੇ ਸਤ ਹੈ, ਇਹਦੇ ਵਿੱਚ ਹੀ ਬਰਕਤਾਂ ਭਾਰੀਆਂ ਨੇ, ਰਹਿਣਾ ਸਦਾ ਮਜ਼ਲੂਮਾਂ ਦੀ ਢਾਲ ਬਣ ਕੇ, ਤਾਈਓ ਪਿਤਾ ਕਿਰਪਾਨ ਦਾ ਦਾਨ ਦਿੱਤਾ, ਡਰਦਾ ਰਹੇਗਾ ਕਾਲ ਵੀ ਉਸ ਕੋਲੋਂ ਖੰਡੇ ਧਾਰ ਦਾ ਅੰਮ੍ਰਿਤ ਜਿਹਨੇ ਪਾਨ ਕੀਤਾ। ਤੋ ਇਹ ਕੇਵਲ ਗੱਲਾਂ ਹੀ ਨਹੀਂ ਹਨ। ਕਾਬਲ ਦੀਆਂ ਸੰਗਤਾਂ ਦੇ ਨਾਂ ਦੇ ਉੱਤੇ ਕਲਗੀਧਰ ਪਾਤਸ਼ਾਹ ਜੀ ਦਾ ਇੱਕ ਹੁਕਮਨਾਮਾ ਮਿਲਦਾ ਹੈ, ਉਹਦੇ ਅੱਖਰ ਬੜੇ ਕਮਾਲ ਦੇ ਹਨ। ਵੱਧ ਸੰਗਤ ਕਾਬਲ ਗੁਰੂ ਰੱਖੇਗਾ, ਉਸਾਂ ਉੱਤੇ ਸਾਡੀ ਖੁਸ਼ੀ ਹੈ। ਤੁਸੀਂ ਖੰਡੇ ਦਾ ਅੰਮ੍ਰਿਤ ਪੰਜਾਂ ਤੋਂ ਲੈਣਾ, ਕੇਸ ਰੱਖਣੇ, ਇਹ ਸਾਡੀ ਮੋਹਰ ਹੈ। ਕੱਛ ਕਿਰਪਾਨ ਦਾ ਵਿਸਾਹ ਨਹੀਂ ਕਰਨਾ, ਸਰਬਲੋਹ ਦਾ ਕੜਾ ਹੱਥ ਰੱਖਣਾ, ਦੋਨੋਂ ਵਕਤ ਕੇਸਾਂ ਦੀ ਪਾਲਣਾ ਕੰਘੇ ਸਿਉ ਕਰਨੀ, ਸਰਬੱਤ ਸੰਗਤ ਭਾਖਿਆ ਕਾ ਕੁੱਠਾ ਬੱਕਰਾ ਖਾਵੇ ਨਹੀਂ, ਤਮਾਕੂ ਨਹੀਂ ਵਰਤਣਾ, ਭਰਦਨੀ ਤਥ ਕੰਨਿਆ ਮਾਰਨ ਵਾਲੇ ਸੇ ਮੇਲ ਨਾ ਰੱਖੇ, ਮੀਨੇ ਮਸੰਦੀਏ ਰਾਮ ਆਈਏ ਦੀ ਸੰਗਤ ਨਾ ਬੈਸੇ, ਵਾਹਿਗੁਰੂ ਵਾਹਿਗੁਰੂ ਜਪਣਾ, ਗੁਰੂ ਕੀ ਰਹਿਤ ਰੱਖਣੀ, ਸਰਬੱਤ ਸੰਗਤ ਉੱਪਰ ਮੇਰੀ ਖੁਸ਼ੀ ਹੈ। ਉੱਤੇ ਦਸਖਤ ਹਨ ਜੇਠ 26 ਸੰਮਤ 1756। ਇਹ ਹੁਕਮ ਮਿਲਦਾ ਹੈ ਜਿਹੜਾ ਇਸ ਹੁਕਮ ਕਾਬਲ ਦੀਆਂ ਸੰਗਤਾਂ ਨੂੰ ਗੁਰੂ ਪਾਤਸ਼ਾਹ ਜੀ ਨੇ ਕੀਤਾ। ਇੱਕ ਐਸੀ ਮਰਿਆਦਾ ਸਾਨੂੰ ਗੁਰੂ ਪਾਤਸ਼ਾਹ ਨੇ ਬਖਸ਼ ਦਿੱਤੀ। ਕਿਉਂ ਬਖਸ਼ ਦਿੱਤੀ? ਮੇਰੀ ਬੇਨਤੀ ਹੈ, ਇਹ ਰਹਿਤ ਇੱਕ ਵਾੜ ਵਰਗੀ ਹੈ। ਜਿਵੇਂ ਖੇਤ ਵਿੱਚ ਫਸਲ ਬੀਜ ਦਿੱਤੀ ਜਾਵੇ ਤੇ ਉਹਨੂੰ ਵਾੜ ਨਾ ਲਾਈ ਜਾਵੇ ਤਾਂ ਖੇਤ ਨੂੰ ਬਾਹਰਲੇ ਪਸ਼ੂ ਆ ਕੇ ਉਜਾੜ ਦਿੰਦੇ ਹਨ। ਰਹਿਤ ਇਸ ਲਈ ਜ਼ਰੂਰੀ ਹੈ ਕਿਉਂ ਕਿ ਇਹ ਗੁਰੂ ਪਾਤਸ਼ਾਹ ਨੇ ਸਾਨੂੰ ਬਾਰ-ਬਾਰ ਇਹਦੀ ਰੱਖਣ ਦੀ ਤਕੀਦ ਕੀਤੀ ਹੈ, ਹੁਕਮ ਕੀਤਾ ਹੈ। ਜੇ ਭਾਈ ਚੰਪਾ ਸਿੰਘ ਦੇ ਰਹਿਤਨਾਮੇ ਨੂੰ ਅਸੀਂ ਪੜ੍ਹਦੇ ਹਾਂ, ਉਹਦੇ ਵਿੱਚ ਵੀ ਜ਼ਿਕਰ ਆਉਂਦਾ ਹੈ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ, ਰਹਿਤ ਬਿਨਾ ਨਾ ਸਿੱਖ ਕਹਾਵੇ, ਰਹਿਤ ਬਿਨਾ ਦਰ ਝੂਟਾ ਖਾਵੇ, ਰਹਿਤ ਬਿਨਾ ਸੁਖ ਕਬੂ ਨਾ ਹੋਏ ਲਹੇ, ਕਾਂਤੇ ਰਹਿਤ ਸੁਦ੍ਰਿੜ ਕਰ ਗਏ। ਇਹ ਗੱਲ ਵੀ ਪੱਕੀ ਹੈ ਕਿ ਜਿਹੜੀ ਅੰਦਰਲੀ ਰਹਿਤ ਹੈ,
ਬਾਹਰਲੀ ਰਹਿਤ ਉਹਦੇ ਉੱਤੇ ਵਾੜ ਦਾ ਕੰਮ ਕਰਦੀ ਹੈ, ਇੱਕ ਮੋਹਰ ਦਾ ਕੰਮ ਕਰਦੀ ਹੈ। ਰਹਿਤ ਬਾਹਰਲੀ ਤੇ ਅੰਦਰਲੀ ਦਾ ਸੁਮੇਲ ਹੀ ਸਿੱਖੀ ਹੈ। ਜੇ ਬਾਹਰ ਕੇਵਲ ਬਾਹਰਲੀ ਰਹਿਤ ਹੋਵੇ, ਅੰਦਰਲੀ ਰਹਿਤ ਨਾ ਹੋਵੇ, ਤਾਂ ਫਿਰ ਗੁਰੂ ਪਾਤਸ਼ਾਹ ਕਹਿੰਦੇ ਨੇ ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਫਿਰ ਇਹ ਗੱਲ ਸਾਨੂੰ ਗੁਰੂ ਪਾਤਸ਼ਾਹ ਜੀ ਦੀ ਜਿਹੜੀ ਅਸੀਂ ਸੁਖਮਣੀ ਦੇ ਵਿੱਚ ਪੜ੍ਹਦੇ ਹਾਂ ਵੀ ਜਾਨਨ ਹਾਰ ਪ੍ਰਭੂ ਪ੍ਰਵੀਨ, ਬਾਹਰ ਭੇਖ ਨਾ ਕਾਹੂ ਭੀ। ਉਹ ਕੇਵਲ ਬਾਹਰ ਦੇ ਭੇਖ ਨਾਲ ਨਹੀਂ ਭੇਜਦਾ, ਉਹ ਪਰਮੇਸ਼ਰ ਕੇਵਲ ਬਾਹਰ ਦੇ ਭੇਖ ਜਾਂ ਬਾਹਰ ਦੀ ਰਹਿਤ ਤੇ ਕੁਝ ਨਹੀਂ ਹੁੰਦਾ। ਗੁਰਬਾਣੀ ਨੇ ਜਿਹੜਾ ਸਿਧਾਂਤ ਸਾਨੂੰ ਦਿੱਤਾ, ਗੁਰੂ ਉਪਦੇਸ਼ ਨੂੰ ਮੰਨਣਾ, ਗ੍ਰਹਿਣ ਕਰਨਾ, ਅਮਲ ਕਰਨਾ, ਇਹ ਸਿੱਖੀ ਹੈ। ਇਹਦੀ ਮੰਗ ਅਸੀਂ ਕਰਦੇ ਹਾਂ। ਜਿਹੜੀ ਰਹਿਤ ਦਾਨ ਦੇ ਵਿੱਚ ਇਹ ਚੀਜ਼ ਅਸੀਂ ਸ਼ਾਮਲ ਕਰਦੇ ਹਾਂ। ਕੇਵਲ ਬਾਹਰੀ ਰਹਿਤ ਦੇ ਉੱਤੇ ਨਹੀਂ, ਅੰਦਰਲੀ ਰਹਿਤ ਦੀ ਮੰਗ ਵੀ ਕਰਦੇ ਹਾਂ। ਗੁਰੂ ਉਪਦੇਸ਼ਾਂ ਨੂੰ ਗ੍ਰਹਿਣ ਕਰਨਾ, ਅਮਲ ਕਰਨਾ, ਰਹਿਤ ਰੱਖਣੀ, ਰੂਹਾਨੀ ਸ਼ਕਤੀ ਦੇ ਦੀਦਾਰ ਰਹਿਣੀ ਰਹਿਤ ਤੋਂ ਬਿਨਾਂ ਨਹੀਂ ਹੁੰਦੇ। ਇਹ ਵੀ ਗੱਲ ਖਿਆਲ ਕਰਨੀ। ਗੱਲਾਂ ਮਾਰਨ ਵਾਲਿਆਂ ਦੀ ਗਿਣਤੀ ਦਾ ਕੋਈ ਅੰਦਾਜ਼ਾ ਨਹੀਂ ਹੈ ਸੰਸਾਰ ਵਿੱਚ। ਕੀ ਕਰਨਾ ਜੀ, ਅੰਮ੍ਰਿਤ ਪਾਨ ਕਰਕੇ ਇਹਨੂੰ ਕਿਹੜੇ ਅੰਬ ਲੱਗਣੇ ਹਨ ਜੀ, ਇਹਨੂੰ ਕੀ ਲੱਗਣਾ ਹੈ। ਇਹ ਮੇਰੀ ਬੇਨਤੀ ਹੈ ਕਿ ਬਸ ਖਿਆਲ ਸਮਝਣਾ, ਕਰਨੀ ਬਾਝੋਂ ਘੱਟੇ ਘੱਟ ਦੀ ਗੱਲ ਹੈ। ਆਪਣਾ ਦੇ ਚੁਰੂ ਭਰ ਪਾਣੀ ਤੇ ਨਿੰਦਾ ਜੇ ਗੰਗਾ ਆ। ਉਹਨਾਂ ਨੂੰ ਨਿੰਦਣਾ ਕਰਨੀ ਜਿਹੜੇ ਪਾਣੀ ਦੀਆਂ ਗੰਗਾ ਵਹਾ ਦਿੰਦੇ ਹਨ। ਪਰ ਜਿਹੜੇ ਆਪ ਨਹੀਂ ਕਰਦੇ, ਉਹਨਾਂ ਨੂੰ ਭਗਤ ਕਬੀਰ ਜੀ ਕਹਿੰਦੇ ਹਨ, ਹਰ ਜਾ ਸੁਣੇ ਨਾ ਹਰ ਗੁਣ ਗਾਵੇ, ਬਾਤਨ ਹੀ ਅਸਮਾਨ ਗਰਾਵੇ। ਐਸੇ ਲੋਗਨ ਸਿਉ ਕਹ ਕਹੀਏ, ਜੋ ਪ੍ਰਭ ਕੀਏ ਭਗਤ ਬਾਜ਼ ਦਿਨ ਤੇ ਸਦਾ ਡਰਾਨੇ ਰਹੀਏ। ਪ੍ਰੇਮ ਸਮਾਰਕ ਦੇ ਵਿੱਚ ਵੀ ਇਸ ਰਹਿਤ ਨੂੰ ਸਭ ਤੋਂ ਵੱਡੀ ਰਹਿਤ ਦਰਸਾਇਆ ਹੈ। ਉਹਦੇ ਲਿਖਿਆ ਹੈ, ਮਿੱਥਿਆ ਨਾ ਬੋਲੇ, ਮਰਦ ਪਰ ਨਾਰੀ ਕਾ ਸੰਗ ਨਾ ਕਰੇ, ਇਸਤਰੀ ਬੇਗਾਨੇ ਮਰਦ ਨੂੰ ਨਾ ਦੇਖੇ, ਲੋਭ ਨਾ ਕਰੇ, ਕ੍ਰੋਧ ਨਾ ਕਰੇ, ਹੰਕਾਰ ਨਾ ਕਰੇ, ਬਹੁਤ ਮੋਹ ਨਾ ਕਰੇ, ਨਿੰਦਿਆ ਨਾ ਕਰੇ, ਬਾਦ ਕਿਸੇ ਨਾਲ ਨਾ ਕਰੇ, ਸੁਲ੍ਹਾ ਕੁਲ ਰਹੇ। ਭਾਵ ਕਿ ਆਪਣੇ ਜੀਵਨ ਨੂੰ ਇਸ ਢੰਗ ਦਾ ਜੀਵੇ ਜਿਸ ਢੰਗ ਦਾ ਜੀਵਨ ਦੀ ਗੱਲ ਗੁਰੂ ਪਾਤਸ਼ਾਹ ਨੇ ਸਾਨੂੰ ਕੀਤੀ ਹੈ। ਹੁਣ ਜੇ ਅੰਦਰ ਦੀ ਰਹਿਤ ਨਾ ਹੋਵੇ, ਬਾਹਰੀ ਰਹਿਤ ਕੇਵਲ ਭੇਖ ਬਣ ਜਾਂਦੀ ਹੈ। ਤਾਂ ਭੇਖ ਦੇ ਵਿੱਚ ਗੁਰੂ ਭੇਖ ਦੀ ਜਿਹੜੀ ਨਿਖੇਧੀ ਹੈ, ਇਹ ਗੁਰੂ ਪਾਤਸ਼ਾਹ ਜੀ ਨੇ ਬਾਰ-ਬਾਰ ਕੀਤੀ ਵੀ ਹੈ। ਜੋ ਅੰਦਰੋਂ ਤੇ ਬਾਹਰ ਦੋਨੋਂ ਪ੍ਰਕਾਰ ਦੀ ਰਹਿਤ ਨੂੰ ਨਿਭਾਉਂਦਾ ਹੈ, ਉਹੀ ਅਸਲ 'ਚ ਰਹਿਤਵਾਨ ਸਿੱਖ ਹੈ। ਇਹਨੂੰ ਰਹਿ ਨਹੀਂ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਰਹਿਤਨਾਮਾ ਭਾਈ ਪ੍ਰਹਲਾਦ ਸਿੰਘ ਦੇ ਵਿੱਚ ਜਿਹੜੀ ਗੱਲ ਲਿਖੀ ਹੋਈ ਹੈ, ਉਹਦੇ ਬਾਰੇ ਲਫ਼ਜ਼ ਵਰਤਿਆ ਗਿਆ ਹੈ, ਅੰਦਰ ਤੇ ਬਾਹਰਲੀ ਰਹਿਤ ਰੱਖਣ ਵਾਲੇ। ਕੇਵਲ ਬਾਹਰ ਦੀ ਰਹਿਣੀ ਦੀ ਗੱਲ ਨਹੀਂ ਕੀਤੀ। ਕੇਵਲ ਬਾਹਰ ਦੀ ਗੱਲ, ਬਾਹਰਲੇ ਸਰੂਪ ਦੀ ਗੱਲ ਨਹੀਂ ਹੈ। ਸਰੂਪ ਜ਼ਰੂਰੀ ਹੈ, ਬਾਹਰਲੀ ਰਹਿਤ ਵਾੜ ਹੈ, ਪਰ ਅੰਦਰ ਦੀ ਰਹਿਤ ਜ਼ਰੂਰੀ ਹੈ। ਰਹਿਤ ਵਿੱਚ ਰਹਿ ਕੇ ਜਦੋਂ ਅਸੀਂ ਜੀਵਨ ਜੀਂਦੇ ਹਾਂ, ਤਾਂ ਫਿਰ ਦਾ ਖਿਆਲ ਕਰਨਾ, ਸਾਡੇ ਵਿਕਾਰ ਜਿਹੜੇ ਹਨ ਇਹ ਕਾਬੂ ਵਿੱਚ ਆ ਜਾਂਦੇ ਹਨ, ਜਾਂ ਝੜਦੇ ਜਾਂਦੇ ਹਨ, ਜਾਂ ਮੁੱਕਦੇ ਜਾਂਦੇ ਹਨ, ਜਾਂ ਸਾਡੇ ਕੰਟਰੋਲ ਵਿੱਚ ਆਉਂਦੇ ਹਨ। ਜਿਹਨੂੰ ਅਸੀਂ ਕਹਿੰਦੇ ਹਾਂ ਰਹਿਤ 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 ਰਹਿ ਚਾਹੇ ਵਿਕਾਰਾ। ਜਦੋਂ ਰਹਿਤ ਵਿੱਚ ਰਹਿੰਦੇ ਹਾਂ ਤਾਂ ਇਹ ਵਿਕਾਰ ਸਾਡੇ ਕਾਬੂ ਵਿੱਚ ਆ ਜਾਂਦੇ। ਭਾਈ ਦਿਆਸ ਸਿੰਘ ਦੇ ਰਹਿਤਨਾਮੇ ਵਿੱਚ ਇੱਕ ਸ਼ਬਦ ਆਉਂਦਾ ਹੈ, ਸਿੱਖ ਸ਼ਬਦ ਤੇ ਜਾਣੀਏ, ਰਹਿਤ ਤੇ ਪਛਾਣੀਏ। ਸਿੱਖ ਹੋਏ ਜਿਹੜਾ ਸ਼ਬਦ ਨਾਲ ਪ੍ਰੀਤ ਕਰੇ ਤੇ ਬਾਹਰ ਦੀ ਰਹਿਤ ਰੱਖੇ। ਉਹ ਅੰਤਰਜਾਮੀ ਮੇ ਇਹ ਰਹਿਤ ਧਾਰੇ, ਨਾਮ ਰੂਪੀ ਅੰਮ੍ਰਿਤ ਪੀਵੇ। ਬਾਹਰਲੀ ਰਹਿਤ ਰੱਖੇ ਤੇ ਅੰਦਰਲਾ ਨਾਮ ਰੂਪੀ ਅੰਮ੍ਰਿਤ ਪੀਵੇ। ਭਾਈ ਦਿਆਸ ਸਿੰਘ ਜੀ ਦੇ ਰਹਿਤਨਾਮੇ ਦੇ ਸ਼ਬਦ ਬੜੇ ਕਮਾਲ ਦੇ ਹਨ। ਤਾਂ ਬਾਹਰ ਦੀ ਰਹਿਤ ਜਿਹੜੀ ਹੈ ਉਹ ਖੰਡੇ ਦੀ ਪਹੁਲ ਨਾਲ ਜੁੜੀ ਹੋਈ ਹੈ, ਅੰਦਰ ਦੀ ਰਹਿਤ ਅੰਦਰ ਦੇ ਨਾਮ ਅੰਮ੍ਰਿਤ ਨਾਲ ਜੁੜੀ ਹੋਈ ਹੈ। ਗੁਰਸਿੱਖ ਲਈ ਅੰਦਰ ਦੀ ਰਹਿਤ ਉਹਦਾ ਜੀਵਨ ਹੈ, ਬਾਹਰ ਦੀ ਰਹਿਤ ਉਸਦਾ ਪਹਿਰੇਦਾਰ ਹੈ, ਜਾਂ ਉਹਦੀ ਪਹਿਚਾਨ ਹੈ, ਉਹਦਾ ਪਰਿਚੈ ਹੈ। ਬਾਹਰ ਦੀ ਰਹਿਤ ਜਿਹੜਾ ਉਹਦੀ ਪਛਾਣ ਹੈ, ਉਹਦਾ ਪਰਿਚੈ ਹੈ। ਤਾਂ ਰਹਿਤ ਗੁਰੂ ਦੀ ਦਾਤ ਹੈ, ਰਹਿਤਵਾਨਤਾ ਗੁਰੂ ਦੀ ਬਖਸ਼ਿਸ਼ ਹੈ। ਇਸ ਬਖਸ਼ਿਸ਼ ਦੀ ਜਾਚਨਾ ਲਈ ਅਰਦਾਸ ਜ਼ਰੂਰੀ ਹੈ, ਇਹਦੀ ਅਰਦਾਸ ਜ਼ਰੂਰੀ ਹੈ। ਸਤਿਗੁਰੂ ਦਾ ਇੱਕ ਬਚਨ ਆਉਂਦਾ ਹੈ, ਜੋ ਸਿਦਕਵਾਨ ਤੇ ਰਹਿਤਵਾਨ ਹੁਸਨ ਸੋ ਮੇਰੇ ਹੁਸਨ, ਸੋ ਮੇਰੇ ਰੋਮ ਰੋਮ ਹਨ। ਇਹ ਵੀ ਰਹਿਤਨਾਮਾ ਭਾਈ ਚੌਂਪਾ ਸਿੰਘ ਦੇ ਵਿੱਚ ਲਫ਼ਜ਼ ਲਿਖੇ ਹੋਏ ਹਨ, ਜੋ ਸਿਦਕਵਾਨ ਤੇ ਰਹਿਤਵਾਨ ਹੁਸਨ ਸੋ ਮੇਰੇ ਹੁਸਨ। ਵੀ ਜਿਹੜੇ ਸਿਦਕਵਾਨ ਹਨ ਤੇ ਰਹਿਤਵਾਨ ਹਨ,
ਉਹ ਮੇਰੇ ਖਾਸ ਹਨ, ਮੇਰੇ ਨੇੜੇ ਹਨ। ਸੋ ਮੇਰੇ ਰੋਮ ਰੋਮ ਹਨ, ਭਾਵ ਮੇਰੇ ਬਹੁਤ ਨੇੜੇ ਹਨ। ਗੁਰੂ ਕਾ ਸਿੱਖ ਹੋਵੇ ਜੋ ਐਸੀ ਰਹਿਤ ਦੀ ਖੋਜ ਨਾ ਕਰੇ ਜੋ ਸਾਹਿਬ ਖੁਸ਼ੀ ਆਵੇ। ਇਹ ਰਹਿਤ ਵੀ ਭਾਈ ਰਹਿਤਨਾਮਾ ਭਾਈ ਚੌਂਪਾ ਸਿੰਘ ਦੇ ਵਿੱਚ ਇਹ ਵੀ ਗੱਲ ਲਿਖੀ ਹੋਈ ਹੈ। ਰਹਿਤ ਗੁਰੂ ਕੀ ਕਿਸੇ ਬਿਰਲੇ को प्राप्त ਹੁੰਦੀ ਹੈ, ਇਹ ਵੀ ਭਾਈ ਚੌਂਪਾ ਸਿੰਘ ਨੇ ਲਿਖਿਆ ਹੈ। ਇਸ ਲਈ ਰਹਿਤ ਦਾ ਜਿਹੜਾ ਲਫ਼ਜ਼ ਹੈ ਇਹ ਗੁਰਮਤਿ ਨੇ ਬੜਾ ਹੀ ਜ਼ਰੂਰੀ ਮੰਨਿਆ ਹੈ। ਮੈਂ ਬੇਨਤੀ ਕਰ ਰਿਹਾ ਸੀ ਵੀ ਇਹ ਰਹਿਤ ਤੋਂ ਬਿਨਾਂ ਗੱਡੀ ਚੱਲਦੀ ਨਹੀਂ। ਜਿਵੇਂ ਜਿਵੇਂ ਅਸੀਂ ਗੁਰਬਾਣੀ ਨੂੰ ਵਿਚਾਰਦੇ ਹਾਂ, ਫਿਰ ਅਸੀਂ ਰਹਿਤ ਦੀ ਗੱਲ ਕਰਦੇ ਹਾਂ, ਫਿਰ ਸਾਡੀ ਗੱਡੀ ਸੰਸਾਰ ਦੇ ਲੀਹਾਂ ਵਿੱਚ ਆ ਜਾਂਦੀ। ਪਰ ਦੁਨੀਆ ਦਾ ਇੱਕ ਪ੍ਰਸਿੱਧ ਨਿਯਮ ਵੀ ਹੈ ਕਿ ਜੋ ਮਨੁੱਖ ਆਪਣੇ ਲਾਭ ਦੀ ਖਾਤਰ ਕਿਸੇ ਹੋਰ ਦਾ ਤਦੋਂ ਹੀ ਹੋ ਕੇ ਰਹਿ ਸਕਦਾ ਹੈ ਜੇ ਉਸ ਦੇ ਹੁਕਮ ਵਿੱਚ ਪੂਰਨ ਤੌਰ ਤੇ ਤੁਰੇ, ਉਹਦੇ ਤੇ ਪੂਰਾ ਇਤਬਾਰ ਰੱਖੇ। ਪਰ ਜੇ ਸਵਾਲ ਜਵਾਬ ਦੋਵੇਂ ਕਰੇ, ਬੁੱਢੋਂ ਕੁੱਥਾ ਜਾਏ, ਜੀ ਇੱਥੇ ਆ ਜਾਏ, ਸਵਾਲ ਵੀ ਕਰੇ ਜਵਾਬ ਵੀ ਦੇਵੇ, ਫਿਰ ਗੱਲ ਕਿਵੇਂ ਬਣੇਗੀ? ਫਿਰ ਚਾਕਰ ਲੱਗੇ ਚਾਕਰੀ ਨਾਲੇ ਗਰਭ ਬਾਦ, ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ। ਪਰ ਅੱਗੇ ਗੁਰੂ ਸਾਹਿਬ ਕਹਿੰਦੇ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਇਹ ਸਿੱਖ ਦੇ ਜੀਵਨ ਦੀ ਜ਼ਿੰਦਗੀ ਹੈ, ਸਿੱਖ ਦਾ ਜੀਵਨ ਹੈ ਜਿਹੜੀ ਅਸੀਂ ਕਰਨੀ ਹੈ। ਪਰ ਇੱਕ ਗੱਲ ਖਿਆਲ ਰੱਖਣਾ, ਇਸ ਗੱਲ ਦੇ ਬੜੇ ਵਿਦਵਾਨ ਸੀ ਟੈਨੀਸਨ, ਉਹਨੇ ਇੱਕ ਗੱਲ ਬੜੀ ਕਮਾਲ ਦੀ ਲਿਖੀ ਹੈ। ਕਹਿੰਦਾ ਕਿਸੇ ਗੱਲ ਸੰਬੰਧੀ ਰਤਾ ਮਾਤਰ ਅਸ਼ਰਧਾ ਸਹਿਜੇ ਸਹਿਜੇ ਸਾਰੀ ਗੱਲ ਤੋਂ ਹੀ ਅਸ਼ਰਧਕ ਬਣਾ ਦਿੰਦੀ ਹੈ। ਇਹ ਥੋੜਾ ਜਿਹਾ ਸ਼ੱਕ ਕਿਉਂ ਹੈ? ਜਿਵੇਂ ਸਾਰੰਗੀ ਵਿੱਚ ਥੋੜਾ ਜਿਹਾ ਚੀਰ, ਉਹ ਸਹਿਜੇ ਸਹਿਜੇ ਵੱਧਦਾ ਜਾਂਦਾ ਹੈ, ਆਖਰ ਕਾਫੀ ਵੱਡਾ ਹੋ ਕੇ ਸਾਰੰਗੀ ਦੇ ਰਾਗ ਨੂੰ ਉੱਕਾ ਹੀ ਬੰਦ ਕਰ ਦਿੰਦਾ ਹੈ। ਟੈਨੀਸਨ ਨੇ ਇਹ ਗੱਲ ਲਿਖੀ। ਇਸ ਕਰਕੇ ਅਸੀਂ ਬਾਹਰ ਦੀ ਰਹਿਤ ਜਾਂ ਅੰਦਰ ਦੀ ਰਹਿਤ ਦੇ ਉੱਤੇ ਸ਼ੱਕ ਕਰਨਾ ਤੇ ਉਹਦੇ ਵੱਲ ਦੇਖਣਾ, ਇਹ ਗੱਲ ਬਣਦੀ ਨਹੀਂ। ਸ਼ਲੋਕ 12 ਦੇ ਵਧੀਕ ਚ ਇੱਕ ਸ਼ਲੋਕ ਅਸੀਂ ਹੋਰ ਪੜ੍ਹਿਆ ਸੀ। ਸਾਡੀ ਵਰਤਮਾਨ ਜਿਹੜੀ ਪੋਜੀਸ਼ਨ ਹੈ ਉਹਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਇੱਕ ਬੜਾ ਸ਼ਬਦ ਦਾ ਦ੍ਰਿਸ਼ਟਾਂਤ ਦੇ ਕੇ ਸਾਹਮਣੇ ਕੀਤਾ। ਕਹਿੰਦੇ ਇੱਕ ਸਰੋਵਰ ਹੈ, ਉਹਦੇ ਵਿੱਚ ਬਹੁਤ ਪਵਿੱਤਰ ਪਾਣੀ ਹੈ, ਉਸ ਪਾਣੀ ਦੀ ਸਦਕਾ ਉਹਦੇ ਵਿੱਚ ਸੋਹਣੇ ਸੋਹਣੇ ਸੁਨਹਿਰੀ ਫੁੱਲ ਜਿਹੜੇ ਹਨ ਉਹ ਉਹਦੇ ਚ ਕਮਲ ਦੇ ਉਹ ਫੁੱਲ ਖਿੜੇ ਹੋਏ ਹਨ। ਲੰਘਣ ਵਾਲਾ ਜਦੋਂ ਫੁੱਲਾਂ ਨੂੰ ਵੇਖਦਾ ਹੈ, ਉਹਨਾਂ ਦਾ ਰੂਪ ਦੇਖ ਕੇ ਉਹਦੇ ਵੱਲ ਖਿੱਚਿਆ ਜਾਂਦਾ ਹੈ। ਉਹਨਾਂ ਦੀ ਖੁਸ਼ਬੂ ਨੂੰ ਆਪਣੇ ਵੱਲ ਨੂੰ ਖਿੱਚ ਲੈਂਦੀ ਹੈ, ਉਹਨਾਂ ਦੀ ਖੁਸ਼ਬੂ ਹਰ ਰਾਹੀ ਨੂੰ ਆਪਣੇ ਵੱਲ ਖਿੱਚਦੀ ਹੈ। ਪਰ ਸਰੋਵਰ ਦੇ ਮੰਦੇ ਭਾਗ ਉਸ ਪਾਣੀ ਦੇ ਸੋਮੇ ਨਾਲੋਂ ਸੰਬੰਧ ਟੁੱਟ ਗਿਆ। ਹੁਣ ਉਹੀ ਫੁੱਲ, ਜੇ ਸਰੋਵਰ ਸੁੱਕਿਆ ਤੇ ਫੁੱਲ ਵੀ ਸੁੱਕ ਗਿਆ। ਹੁਣ ਕੜਿਆ ਸੜਿਆ ਹੋਇਆ ਕਾਲਾ ਜੁੱਸਾ ਫੁੱਲਾਂ ਦਾ, ਤੇ ਫਲ ਜਿੱਥੇ ਸੁਗੰਧ ਦੀ ਥਾਂ ਤੇ ਦੁਰਗੰਧ ਆ ਰਹੀ, ਖੁਸ਼ਬੂ ਦੀ ਥਾਂ ਤੇ ਬਦਬੂ ਆ ਰਹੀ ਹੈ। ਜਿਹੜਾ ਲੋਕਾਂ ਦੀ ਖਿੱਚ ਦਾ ਕਾਰਨ ਸੀ, ਅੱਜ ਲੋਕਾਂ ਦੀ ਨਫ਼ਰਤ ਦਾ ਕਾਰਨ ਬਣ ਗਿਆ। ਕਿਉਂ? ਕਿ ਉਹ ਆਪਣੇ ਮੂਲ ਨਾਲ ਟੁੱਟ ਗਿਆ। ਬਸ ਰਹਿਤ ਇਹੋ ਹੀ ਹੈ, ਇਹ ਸਾਨੂੰ ਮੂਲ ਨਾਲ ਜੋੜ ਕੇ ਰੱਖਦੀ ਹੈ। ਗੁਰੂ ਪਾਤਸ਼ਾਹ ਕਹਿੰਦੇ ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ, ਕਹਿ ਦੁਖੜੇ ਸੜੀ ਹੋਏ ਕਾਲੀ ਹੋਈ ਦੇਹੁਰੀ, ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾਲ ਹਾਂ, ਜਾਂ ਛੇਤੀ ਮੇਰਾ ਸੰਗ ਜਿਤ ਜਿੱਥੇ ਤਨ ਪਰਫੜੇ ਚੜੇ ਚੁਬਗਨ ਵਨ। ਪਾਤਸ਼ਾਹ, ਜਿਸ ਪਾਣੀ ਨਾਲ ਮੇਰਾ ਸੰਬੰਧ ਸੀ ਉਹ ਪਾਣੀ ਨਾਲੋਂ ਮੇਰਾ ਟੁੱਟ ਗਿਆ। ਤੇ ਪਿਆਰਿਓ, ਉਹ ਜ਼ਿੰਦਗੀ ਦੇ ਸੋਮੇ ਸਿਰਜਣਹਾਰ ਨਾਲੋਂ ਵੀ ਸਾਡੇ ਦਿਲਾਂ ਦੀ ਤਾਰ ਟੁੱਟੀ ਹੋਈ ਹੈ। ਇਸੇ ਕਰਕੇ ਸਾਡੇ ਅੰਦਰ ਅੱਜ ਕਮਜ਼ੋਰੀ, ਮੁਰਦਾ ਹਾਣੀ, ਸਾਡਾ ਚਿੱਤ ਜਗਤ ਦੇ ਤਮਾਸ਼ਿਆਂ ਵੱਲ ਭੱਜਦਾ ਹੈ, ਜਗਤ ਦੇ ਚੰਚਲ ਫੈਸ਼ਨਾਂ ਵਾਲੇ ਪਾਸੇ ਐਸ਼ ਆਸ਼ਕੀ ਕਰਦਾ ਹੈ। ਵਿਦਵਤਾ ਦੇ ਆਧਾਰ ਤੇ ਸਿਆਣਾ ਬਣ ਕੇ ਆਪਣੇ ਆਪ ਨੂੰ ਗੁਰੂ ਨਾਲੋਂ ਦੂਰ ਕਰੀ ਜਾਂਦਾ ਹੈ। ਉਹ ਸੋਹਣੇ ਸਤਿਗੁਰ ਦੀ ਗਵਾਹੀ, ਗੁਰੂ ਦੇ ਪਿਆਰੇ ਸਰੂਪ ਦੀ ਸਾਨੂੰ ਲੋੜ ਨਹੀਂ, ਇਹ ਗੱਲਾਂ ਕਰਦਾ ਹੈ। ਪਰ ਜਿਨ੍ਹਾਂ ਨੂੰ ਗੁਰੂ ਚਰਨਾਂ ਦੀ ਸਦਕਾ ਜ਼ਿੰਦਗੀ ਮਿਲੀ ਹੈ, ਜਿਨ੍ਹਾਂ ਦੇ ਅੰਦਰ ਗੁਰੂ ਉਪਦੇਸ਼ ਦੀ ਬਰਕਤ ਦੇ ਨਾਲ ਖਿਆੜਾਓ ਤੇ ਖਿਲਾਰੇ ਆਏ ਹਨ, ਉਹਨਾਂ ਨੇ ਤਾਂ ਪ੍ਰੀਤਮ ਦਾ ਹਰ ਸਰੀਰ ਵੀ ਸੋਹਣਾ ਲੱਗਦਾ ਹੈ। ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਉਸ ਗੱਲ ਨੂੰ ਫਿਰ ਕਹਿੰਦੇ ਹਨ, ਸੋ ਧੰਨ ਗੁਰੂ ਸ਼ਾਬਾਸ਼ ਹੈ ਹਰ ਦੇਸ ਨੇਹਾ, ਉਹ ਵੇਖ ਵੇਖ ਗੁਰੂ ਵਿਕਸਿਆ, ਗੁਰ ਸਤਿਗੁਰ ਦੇਹਾ, ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ, ਜਿਨ ਸੁਣ ਸਿੱਖਾਂ ਗੁਰ ਮੰਨਿਆ ਤੇ ਨਾ ਭੁੱਖ ਸਭ ਜਾਵੇ।
ਪਿਆਰਿਓ, ਸਾਡੇ ਦਿਲਾਂ ਦੀ ਤਾਰ ਅੱਜ ਪ੍ਰੀਤਮ ਨਾਲ ਟੁੱਟ ਗਈ ਹੈ। ਇਸ ਕਰਕੇ ਗੁਰੂ ਦੇ ਨਾਲ ਨੂੰ ਸੰਬੰਧ ਸਾਡਾ ਗੁਰੂ ਨਾਲ ਪਿਆਰ ਟੁੱਟ ਗਿਆ ਹੈ ਤੇ ਪਦਾਰਥ ਸਾਨੂੰ ਚੰਗੇ ਲੱਗਦੇ ਹਨ। ਪਰ ਇੱਕ ਗੱਲ ਕਹਿ ਦਿਆਂ, ਇੱਕ ਕਥਾ ਭਾਈ ਗੁਰਦਾਸ ਜੀ ਨੇ ਲਿਖੀ ਹੈ, ਉਹ ਕਹਿ ਕੇ ਮੈਂ ਸਮਾਪਤੀ ਕਰਾਂਗਾ। ਕਹਿੰਦੇ ਨੇ ਇੱਕ ਵਾਰੀ ਮਜਨੂ ਉਸ ਮੁਹੱਲੇ ਕੋਲੋਂ ਦੀ ਲੰਘਿਆ ਜਿੱਥੇ ਇੱਕ ਲੈਲਾ ਰਹਿੰਦੀ ਸੀ। ਲੈਲਾ ਦੇ ਘਰ ਦਾ ਕੁੱਤਾ ਆ ਗਿਆ। ਮਜਨੂ ਉਸ ਕੁੱਤੇ ਨੂੰ ਵੇਖ ਕੇ ਬੇਬਲ ਹੋ ਗਿਆ, ਤੜਫ ਉੱਠਿਆ, ਕੁੱਤੇ ਦੇ ਪੈਰੀਂ ਡਿੱਗ ਪਿਆ। ਲੋਕ ਹੱਸਣ ਲੱਗ ਪਏ ਤੇ ਮਜਨੂ ਨੂੰ ਪੁੱਛਣ ਲੱਗੇ, ਇਸ ਕੁੱਤੇ ਦੇ ਪੈਰੀਂ ਕਿਉਂ ਪੈ ਰਿਹਾ? ਪਰ ਜਿਹੜੇ ਲੋਕ ਵਿਚਾਰੇ ਉਹਨੂੰ ਜਿਹੜੀਆਂ ਅੱਖਾਂ ਨਾਲ ਵੇਖ ਰਹੇ ਸਨ, ਮਜਨੂ ਉਹਨਾਂ ਅੱਖਾਂ ਨਾਲ ਨਹੀਂ ਸੀ ਵੇਖਦਾ। ਮਜਨੂ ਦੀਆਂ ਅੱਖਾਂ ਵਿੱਚ ਲੈਲਾ ਵਸਦੀ ਸੀ। ਇਸੇ ਵਾਸਤੇ ਲੈਲਾ ਦੀ ਗਲੀ ਚ ਆਇਆ ਕੁੱਤਾ ਉਹਨੂੰ ਮਜਨੂ ਨੂੰ ਕਿਵੇਂ ਪਿਆਰਾ ਨਾ ਲੱਗਦਾ। ਭਾਈ ਗੁਰਦਾਸ ਜੀ ਲਿਖਦੇ ਨੇ, ਲੈਲਾ ਦੀ ਦਰਗਾਹ ਦਾ ਕੁੱਤਾ ਮਜਨੂ ਦੇਖ ਲੁਭਾਣਾ, ਕੁੱਤੇ ਦੇ ਪੈਰੀਂ ਪਵੇ, ਹੜ ਹੜ ਹੱਸੇ ਲੋਕ ਵੀ ਡਾਨਾ। ਤੇ ਲੋਕ ਹੱਸਦੇ ਨੇ, ਠੱਠਾ ਠਾਉਂਦੇ ਨੇ, ਪਰ ਕਹਿਣ ਲੱਗਾ, ਭਲਿਓ ਤੁਸੀਂ ਇਸ ਕੁੱਤੇ ਨੂੰ ਦੇਖ ਕੇ ਹੱਸਦੇ ਹੋ, ਮੈਨੂੰ ਇਸ ਕੁੱਤੇ ਵਿੱਚੋਂ ਮੇਰੀ ਲੈਲਾ ਨਜ਼ਰ ਆਉਂਦੀ ਹੈ। ਤੇ ਪਿਆਰਿਓ, ਸਿੱਖ ਦੀ ਰਹਿਤ ਵਿੱਚੋਂ ਗੁਰੂ ਨਜ਼ਰ ਆਉਂਦਾ ਹੈ। ਇਹ ਖਿਆਲ ਕਰਨਾ ਕਿ ਸਿੱਖ ਦੀ ਰਹਿਤ ਹੈ, ਇਹ ਗੁਰੂ ਦੇ ਦਰਸ਼ਨ ਉਸ ਰਹਿਤ ਵਿੱਚ ਹੁੰਦੇ ਹਨ। ਆਓ ਯਤਨ ਕਰੀਏ ਕਿ ਇਸ ਗੁਰੂ ਦੀ ਰਹਿਤ ਨੂੰ ਅਸੀਂ ਰੋਜ਼ ਅਰਦਾਸ ਵਿੱਚ ਕੇਵਲ ਮੰਗਾਂ ਜ਼ਬਾਨੀ ਸ਼ਬਦਾਂ ਵਿੱਚ ਨਾ ਕਰੀਏ। ਇਸ ਗੁਰੂ ਦੀ ਬਖਸ਼ੀ ਹੋਈ ਰਹਿਤ ਨੂੰ ਅਸੀਂ ਆਪਣੇ ਜੀਵਨ ਦਾ ਇੱਕ ਹਿੱਸਾ ਬਣਾਈਏ ਤੇ ਮੰਗ ਕਰਦੇ ਜਦੋਂ ਇਹ ਅਰਦਾਸ ਦੇ ਸ਼ਬਦ ਆਉਂਦੇ ਨੇ ਤੇ ਉਦੋਂ ਅਸੀਂ ਉਸ ਅਰਦਾਸ ਦੇ ਸ਼ਬਦਾਂ ਵਿੱਚ ਅੰਦਰ ਤੇ ਬਾਹਰ ਦੀ ਰਹਿਤ ਦੀ ਮੰਗ ਕਰੀਏ। ਖੰਡੇ ਬਾਟੇ ਦੀ ਬੋਲ ਵੀ ਮਿਲੇ, ਅੰਦਰ ਦਾ ਸਕੂਨ ਵੀ ਸਾਨੂੰ ਮਿਲੇ। ਗੁਰੂ ਬਖਸ਼ਿਸ਼ ਕਰੇ ਕਿ ਰਹਿਤਦਾਨ ਗੁਰੂ ਕੋਲੋਂ ਮੰਗਦਿਆਂ ਸੱਚਮੁੱਚ ਅਸੀਂ ਰਹਿਤਵਾਨ ਹੋ ਕੇ ਆਪਣਾ ਲੋਕ ਪਰਲੋਕ ਸੁਖੇਲਾ ਕਰ ਲਈਏ। ਦੁਨੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਦੇ ਨੇ ਜੀ। ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।